ਸਾਡੇ ਆਉਣ ਦਾ ਰੀਜ਼ਨ ਇੱਥੇ ਇਹ ਹੈ ਕਿ ਜਿਹੜੇ ਇੱਥੋਂ ਦੀ ਨੌਜਵਾਨ ਆ ਉਹਨਾਂ ਵੱਲੋਂ ਇੱਕ ਸੰਸਥਾ ਬਣਾ ਕੇ ਬਹੁਤ ਹੀ ਵਧੀਆ ਜਿਹੜਾ ਇੱਕ ਸਮਾਜ ਭਲਾਈ ਦਾ ਕੰਮ ਕੀਤਾ ਜਾ ਰਿਹਾ ਹੁਣ ਸਾਡੇ ਸਮਾਜ ਦੇ ਵਿੱਚ ਐਜੂਕੇਸ਼ਨ ਦੀ ਬਹੁਤ ਘਾਟ ਹੈ। ਵੀ ਸਾਨੂੰ ਜਿੰਨੀਆਂ ਵੀ ਔਕੜਾਂ ਆਉਂਦੀਆਂ ਅਸੀਂ ਬਖੂਬੀ ਸਾਰੇ ਰਲ ਮਿਲ ਕੇ ਉਹਨਾਂ ਚੀਜ਼ਾਂ ਨੂੰ ਬਖੂਬੀ ਸਾਹਮਣਾ ਕਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਪੂਰਾ ਮੌਕਾ ਦਿੰਦੇ ਹਾਂ। ਸੋ ਉਹਨਾਂ ਬੱਚਿਆਂ ਦਾ ਟੈਲੈਂਟ ਵੀ ਨਿਖਰ ਰਿਹਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ। ਜੈ ਗੁਰਦੇਵ ਜੈ ਭੀਮ। ਕੰਚ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਐਸਕੇ ਬੈਂਸ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਅੱਜ ਅਸੀਂ ਹਲਕਾ ਬੰਗਾ ਦੇ ਪਿੰਡ ਮੇਲੀ ਵਿਖੇ ਖੜੇ ਹਾਂ, ਜੋ ਕਿ ਫਗਵਾੜਾ ਦੇ ਬਿਲਕੁਲ ਨਾਲ ਲੱਗਦਾ ਆ। ਸਾਡੇ ਆਉਣ ਦਾ ਰੀਜ਼ਨ ਇੱਥੇ ਇਹ ਹੈ ਕਿ ਜਿਹੜੇ ਇੱਥੋਂ ਦੀ ਨੌਜਵਾਨ ਆ ਉਹਨਾਂ ਵੱਲੋਂ ਇੱਕ ਸੰਸਥਾ ਬਣਾ ਕੇ ਬਹੁਤ ਹੀ ਵਧੀਆ ਜਿਹੜਾ ਇੱਕ ਸਮਾਜ ਭਲਾਈ ਦਾ ਕੰਮ ਕੀਤਾ ਜਾ ਰਿਹਾ। ਹੁਣ ਤੱਕ ਉਹਨਾਂ ਦੇ ਕਾਫੀ ਜਿਹੜੇ ਇਦਾਂ ਦੇ ਕੰਮ ਆ ਜਿਹੜੇ ਸ਼ਲਾਘਾ ਪ੍ਰਾਪਤ ਕਰ ਚੁੱਕੇ ਆ ਤੇ ਨੇੜੇ ਤੇੜੇ ਦੇ ਪਿੰਡਾਂ ਨੂੰ ਵੀ ਕਹਿ ਸਕਦੇ ਆ ਕਿ ਇਹੀ ਨੌਜਵਾਨਾਂ ਤੋਂ ਦੇਖ ਕੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਆ। ਇਹਨਾਂ ਨੇ ਇੱਕ ਸੰਸਥਾ ਬਣਾਈ ਹੋਈ ਹੈ ਜਿਹਦਾ ਨਾਂ ਆ ਡਾਕਟਰ BR ਅੰਬੇਦਕਰ ਸਮਾਜ ਭਲਾਈ ਸੰਸਥਾ ਮੇਲੀ। ਸੋ ਅੱਜ ਉਸ ਜਿਹੜੀ ਸੰਸਥਾ ਆ ਉਹਨਾਂ ਦੇ ਜਿਹੜੇ ਮੈਂਬਰ ਆ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਗੱਲਬਾਤ ਕਰਾਂਗੇ ਇਸ ਸੰਸਥਾ ਬਾਰੇ, ਇਸ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਬਾਰੇ ਤੇ ਹੁਣ ਤੱਕ ਕੀ ਇਹਨਾਂ ਨੂੰ ਔਕੜਾਂ ਆਈਆਂ ਜਾਂ ਕਿਹਨਾਂ ਦਾ ਸਾਥ ਮਿਲਿਆ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਇੰਦਰਜੀਤ ਸਿੰਘ ਹੁਣੀ ਨੇ। ਸਰ, ਪਹਿਲਾਂ ਤਾਂ ਕੰਚ ਟੀਵੀ ਤੋਂ ਤੁਹਾਡਾ ਬਹੁਤ ਸਵਾਗਤ ਹੈ। ਜੈ ਭੀਮ ਜੈ ਭਾਰਤ। ਕੰਚੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਸਾਡੀ ਸੰਸਥਾ ਡਾਕਟਰ BR ਅੰਬੇਦਕਰ ਸਮਾਜ ਭਲਾਈ ਸੰਸਥਾ ਰਜਿਸਟਰਡ ਮੇਲੀ ਵੱਲੋਂ ਜੈ ਭੀਮ ਜੈ ਭਾਰਤ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰੀ ਹਟ ਗਿਆ ਕਿ ਜਿਹੜੇ ਨੌਜਵਾਨ ਅੱਜ ਕੱਲ੍ਹ ਨੋਰਮਲੀ ਆਪਾਂ ਗੱਲ ਕਰੀਏ ਕਿ ਜ਼ਿਆਦਾਤਰ ਆਪਾਂ ਨੇੜੇ ਤੇੜੇ ਵੀ ਆਪਣੇ ਪਿੰਡਾਂ ਦੇਖਦੇ ਸਾਰੇ ਨੌਜਵਾਨ ਜਾਂ ਕੋਈ ਨਸ਼ਿਆਂ ਵੱਲੋਂ ਹੋਇਆ ਆ ਜਾਂ ਹੋਰ ਮਾੜੇ ਕੰਮਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਪਰ ਤੁਹਾਡੇ ਪਿੰਡ ਦੀ, ਕਿਉਂਕਿ ਮੈਂ ਪਿਛਲੇ ਕਾਫੀ ਇੱਕ ਵਾਰ ਤੁਹਾਡੇ ਜਿਹੜੇ ਸੰਸਥਾ ਦੇ ਆ ਲੇਖਰਾਜ ਹੁਣੀ ਆ ਉਹਨਾਂ ਨਾਲ ਵੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਸੀ ਤੇ ਉਦੋਂ ਇੱਕ ਚਾਹ ਸੀਗੀ ਕਿ ਪਿੰਡ ਆ ਕੇ ਦੇਖਿਆ ਜਾਵੇ ਕਿ ਇੱਥੋਂ ਦੀ ਜਿਹੜੀ ਕਮੇਟੀ ਉਹ ਕੰਮ ਕਿਵੇਂ ਕਰਦੀ ਹੈ, ਕਿਉਂਕਿ ਇੱਕ ਨੌਜਵਾਨ ਪੀੜ੍ਹੀ ਜਿਹੜੀ ਇਸ ਸਮੇਂ ਇੱਕ ਨਸ਼ਿਆਂ ਦੇ ਨਾਂ ਨੂੰ ਬਦਨਾਮ ਆ। ਪੰਜਾਬ ਦੇ 6ਵਾਂ ਦਰਿਆ, ਇੱਥੋਂ ਤੱਕ ਗੱਲਾਂ ਹੋ ਚੁੱਕੀਆਂ ਆ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਇਹ ਹੋਂਦ ਵਿੱਚ ਕਿਵੇਂ ਆਈ ਹੈ ਜਿਹੜੀ ਸੰਸਥਾ ਆ ਤੇ ਕੀ ਇਹ ਮੇਨ ਮਕਸਦ ਲੈ ਕੇ ਤੁਸੀਂ ਚੱਲੇ ਸੀਗੇ? ਦੇਖੋ ਜੀ, ਇਹ ਸੰਸਥਾ ਜਿਹੜਾ ਬਣਾਉਣ ਦਾ ਜਿਹੜਾ ਟੀਚਾ ਸੀਗਾ, ਸਾਡੇ ਸਮਾਜ ਦੇ ਵਿੱਚ ਐਜੂਕੇਸ਼ਨ ਦੀ ਬਹੁਤ ਘਾਟ ਹੈ ਤੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਸਾਡਾ ਸਮਾਜ ਪੜ੍ਹਦਾ ਆ ਉੱਥੇ ਜਿਹੜਾ ਆ ਤੁਹਾਨੂੰ ਪਤਾ ਪੜ੍ਹਾਈ ਦੇ ਨਾਂ 'ਤੇ ਜਿਹੜਾ ਆ ਕੋਈ ਕੰਮ ਨਹੀਂ ਹੋ ਰਿਹਾ ਔਰ ਜਿੰਨੇ ਸਰਕਾਰੀ ਕੰਮ ਆ ਸਾਰੇ ਸਰਕਾਰੀ ਟੀਚਰਾਂ ਨੂੰ ਦਿੱਤੇ ਹੋਏ ਆ। ਇਸ ਕਰਕੇ ਸਾਡੇ ਦਿਮਾਗ ਵਿੱਚ ਆਇਆ ਕਿ ਜਿੱਥੇ ਸਾਡਾ ਸਮਾਜ ਪੜ੍ਹਦਾ ਆ ਐਜੂਕੇਸ਼ਨ ਹੀ ਸਾਡੇ ਸਮਾਜ ਨੂੰ ਜਿੱਥੋਂ ਮਿਲਣੀ ਆ ਔਰ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਆ ਵੀ ਸਰਕਾਰੀ ਸਕੂਲਾਂ ਤੋਂ ਜਿਹੜੀ ਐਜੂਕੇਸ਼ਨ ਆ ਖੋਈ ਜਾ ਰਹੀ ਆ ਤੇ ਸਾਨੂੰ ਸੰਸਥਾ ਬਣਾਉਣ ਦਾ ਟੀਚਾ ਇਹੀ ਸੀ ਵੀ ਪਹਿਲਾਂ ਸਾਰਾ ਸਕੂਲਾਂ ਤੇ ਸਰਕਾਰੀ ਸਕੂਲਾਂ ਤੇ ਧਿਆਨ ਦਿੱਤਾ ਸੀ ਔਰ ਜਿਹੜੀਆਂ ਟੀਚਰਾਂ ਨੂੰ ਮੁਸ਼ਕਲਾਂ ਆਉਂਦੀਆਂ ਆ ਉਹ ਆਪਣੇ ਮਹਿਕਮੇ ਨੂੰ ਦੱਸ ਨਹੀਂ ਸਕਦੇ। ਜਿਵੇਂ ਕਿ ਪਿਛਲੇ ਸਾਲ ਹੋਏ ਆ ਜਦੋਂ ਪੇਪਰ ਹੋਣੇ ਸੀਗੇ ਬੱਚਿਆਂ ਦੇ, ਉਸ ਵੇਲੇ ਇੱਕ ਲੇਡੀ ਟੀਚਰ ਜਿਹੜੇ ਆ ਪ੍ਰੈਗਨੈਂਟ ਹੋ ਗਿਆ ਸੀ। ਉਹਨਾਂ ਨੇ 6 ਮਹੀਨੇ ਦੀ ਲੀਵ ਲੈ ਲਈ, ਬੱਚਿਆਂ ਦੇ ਪੇਪਰ ਸਿਰ 'ਤੇ ਸੀ, ਪਰ ਸਾਡੀ ਸੰਸਥਾ BR ਅੰਬੇਦਕਰ ਸਮਾਜ ਭਲਾਈ ਸੰਸਥਾ ਨੇ ਉਹਨਾਂ ਨੂੰ ਟੀਚਰ ਪ੍ਰੋਵਾਈਡ ਕੀਤਾ ਔਰ ਆਪਣੇ ਅਸੀਂ ਪਾਕਟ 'ਚ ਜਿਹੜੀ ਆ ਸੰਸਥਾ ਵੱਲੋਂ ਜਿਹੜੀ ਆ ਉਹ 6 ਮਹੀਨੇ ਦੀ ਸੈਲਰੀ ਦਿੱਤੀ ਕਿ ਬੱਚਿਆਂ ਦੀ ਪੜ੍ਹਾਈ ਨਾ ਖਰਾਬ ਹੋਵੇ। ਇੱਦਾਂ ਦੇ ਟੀਚਿਆਂ ਨੂੰ ਲੈ ਕੇ ਅਸੀਂ ਸੰਸਥਾ ਬਣਾਈ ਆ ਔਰ ਸਾਡਾ ਜਿਹੜਾ ਮੇਨ ਮੋਟਿਵ ਆ ਉਹ ਸਿਰਫ ਸਰਕਾਰੀ ਸਕੂਲਾਂ 'ਤੇ ਹੀ ਕੇਂਦਰਿਤ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੱਲਿਓਂ ਜਿਹੜੇ ਪੈਸੇ ਖਰਚ ਕੇ, ਜੇ ਮੈਂ ਤੁਹਾਡੇ ਆਰਥਿਕ ਮਦਦ ਦੀ ਗੱਲ ਕਰਾਂ, ਕਿ ਜਿਹੜੇ ਨੌਜਵਾਨ ਤੁਹਾਡੇ ਨਾਲ ਜੁੜੇ ਆ ਉਹੀ ਜਿਹੜੇ ਪੈਸੇ ਇਕੱਠੇ ਕਰਕੇ ਲਾਉਂਦੇ ਆ ਜਾਂ ਫਿਰ ਕੋਈ ਤੁਹਾਨੂੰ ਪਿੰਡ ਵੱਲੋਂ ਸਹਿਯੋਗ ਜਾਂ ਫਿਰ ਜਿਹੜੇ ਆਪਾਂ ਜ਼ਿਆਦਾਤਰ ਕਿਉਂਕਿ ਦੁਆਬੇ ਵਿੱਚ ਬੈਠੇ ਆ NRI ਵੀਰ ਆਪਣੇ ਬਹੁਤ ਜਿਹੜੇ ਬਾਹਰ ਬੈਠੇ ਆ ਜਾ ਕੇ, ਉਹਨਾਂ ਦਾ ਸਹਿਯੋਗ ਕਿੰਨਾ ਕੁ ਮਿਲਦਾ ਤੁਹਾਨੂੰ? ਦੇਖੋ, ਸਾਡੀ ਸੰਸਥਾ ਨੂੰ ਸ਼ੁਰੂ ਹੋਇਆ ਹਜੇ ਰੀਸੈਂਟਲੀ 3 ਸਾਲ ਹੋਏ ਆ ਜੀ। ਹਜੇ ਸਾਡੀ ਸੰਸਥਾ ਦਾ ਲੋਕਾਂ ਦੇ ਵਿੱਚ ਇੰਨਾ ਰੁਝਾਨ ਨਹੀਂ ਹੈਗਾ ਕਿ ਸਾਨੂੰ ਬਹੁਤ ਸਾਰਾ ਪੈਸਾ ਬਾਹਰੋਂ ਆ ਜਾਵੇ ਜਾਂ ਕੁਛ ਹੈ। ਅਸੀਂ ਕੋਈ 60 ਦੇ ਕਰੀਬ ਮੈਂਬਰਸ਼ਿਪ ਜਿਹੜੇ ਆ ਮੈਂਬਰ ਨਾਲ ਲਾਏ ਆ। ਇਹ ਸਾਰੇ ਇੱਕੋ ਪਿੰਡ ਦੇ ਜਾਂ ਫਿਰ ਨੇੜੇ ਤੇੜੇ ਦੇ ਪਿੰਡ ਦਾ ਕੋਈ ਵਿੱਚ? ਨੇੜੇ ਤੇੜੇ ਦੇ ਪਿੰਡਾਂ ਦੇ ਵੀ ਹੈਗੇ ਆ ਔਰ ਅਸੀਂ ਉਹਦੀ ਮੈਂਬਰਸ਼ਿਪ ਜਿਹੜੀ ਫੀਸ ਆ ਸਿਰਫ 200 ਰੁਪਏ ਰੱਖੀ ਆ। ਉਹ ਕੰਪਲਸਰੀ ਆ। ਜਿਹੜਾ ਮੈਂਬਰ ਸਾਡੇ ਨਾਲ ਜੁੜਦਾ ਆ ਉਹਨੂੰ 200 ਰੁਪਈਆ ਜਿਹੜਾ ਆ ਦੇਣਾ ਲਾਜ਼ਮੀ ਹੁੰਦਾ ਆ ਔਰ ਜਿਹੜਾ ਇਹ 200 ਰੁਪਇਆ ਆ ਇਹ ਸਿਰਫ ਅਸੀਂ ਸਰਕਾਰੀ ਸਕੂਲਾਂ 'ਤੇ ਹੀ ਖਰਚਦੇ ਹਾਂ। ਅਸੀਂ ਹੋਰ ਪਾਸੇ ਜਿਹੜਾ ਕੋਈ ਬਾਬਾ ਸਾਹਿਬ ਦਾ ਪ੍ਰੋਗਰਾਮ ਬਣਾਉਂਦੇ ਹਾਂ ਸਾਲਾਨਾ ਜਾਂ ਕੋਈ ਹੋਰ ਪ੍ਰੋਗਰਾਮ ਬਣਾਉਂਦੇ ਉਹਨਾਂ ਦੇ ਵਿੱਚ ਅਸੀਂ ਅਲੱਗ ਜਿਹੜੇ ਆ ਜਾਂ ਬਾਹਰੋਂ ਸਪੋਰਟ ਸਾਨੂੰ NRI ਵੀਰਾਂ ਦੀ ਹੋ ਜਾਂਦੀ ਆ ਜਾਂ ਅਸੀਂ ਆਪਣੇ ਤੌਰ 'ਤੇ ਇਕੱਠੇ ਕਰਕੇ ਪੈਸੇ ਉੱਧਰ ਯੂਜ਼ ਕਰਦੇ ਹਾਂ। ਪਰ ਇਹ 200 ਰੁਪਇਆ ਜਿਹੜਾ ਅਸੀਂ ਸਰਕਾਰੀ ਸਕੂਲਾਂ ਲਈ ਬੱਚਿਆਂ ਲਈ ਰੱਖਿਆ ਆ ਤੁਸੀਂ ਦੇਖਦੇ ਪਏ ਹੋ। ਕਾਪੀਆਂ ਵੀ ਅਸੀਂ ਹਰ ਸਾਲ ਜਿਹੜੀਆਂ ਆ ਸਰਕਾਰੀ ਸਕੂਲਾਂ ਦੇ ਵਿੱਚ ਕਾਪੀਆਂ ਵੀ ਵੰਡਦੇ ਹਾਂ। ਇਹ ਜਿਹੜੀਆਂ ਸਾਨੂੰ ਬਾਹਰੋਂ ਸਪੋਂਸਰ ਹੋਈਆਂ ਆ ਔਰ ਕੁਛ ਇੱਕ ਅਸੀਂ ਇੱਧਰੋਂ ਪੈਸੇ ਇਕੱਠੇ ਕੀਤੇ ਹੋਏ।
ਸਕੂਲਾਂ ਤੋਂ ਇਲਾਵਾ ਹੋਰ ਜੇ ਮੈਂ ਗੱਲ ਕਰਾਂ ਸੰਸਥਾ ਵੱਲੋਂ ਪਿੰਡ ਵਿੱਚ ਕੀ ਜਿਹੜੀਆਂ ਇਹ ਕੰਮ ਜਿਹੜੇ ਵਿਕਾਸ ਦੇ ਕੀਤੇ ਆ ਜਾਂ ਫਿਰ ਨਹੀਂ ਕੋਈ ਕੀਤਾ ਇਸ ਤੋਂ ਇਲਾਵਾ? ਹਾਂਜੀ, ਸਕੂਲਾਂ ਦੇ ਵਿੱਚ ਅਸੀਂ ਤਕਰੀਬਨ 3 ਸਾਲਾਂ ਦੇ ਵਿੱਚ ਜਿਹੜਾ ਆਪਣੀ ਪਾਕਟ 'ਚੋਂ 4 ਲੱਖ ਰੁਪਇਆ ਜਿਹੜਾ ਖਰਚ ਕਰ ਚੁੱਕੇ ਆ। ਪਹਿਲੇ ਬਾਹਰਲੇ ਸਕੂਲ ਦੀ ਗਰਾਊਂਡ ਦੇ ਵਿੱਚ ਉਹ ਅਸੀਂ ਜਿੱਥੇ ਕਿ ਪਾਣੀ ਖੜਾ ਹੁੰਦਾ ਸੀਗਾ, ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਅਸੀਂ ਆਪ ਦਾਤੀਆਂ ਰੰਬੇ ਲੈ ਕੇ ਆਪ ਗਰਾਊਂਡ ਸਾਫ਼ ਕੀਤੀ। ਔਰ ਮਤਲਬ ਜਿੰਨਾ ਹਰ ਸੰਡੇ ਜਿਹੜਾ ਅਸੀਂ 6 ਦਿਨ ਕੰਮ ਕਰਦੇ ਸੀ ਔਰ ਹਰ ਸੰਡੇ ਜਿਹੜਾ ਸੀਗਾ ਉੱਥੇ ਗਰਾਊਂਡਾਂ ਦੇ ਵਿੱਚ ਲਾ ਕੇ, ਹੁਣ ਜਦੋਂ 3 ਸਾਲਾਂ ਦੇ ਵਿੱਚ ਦੇਖਿਆ ਉਹ ਕਹਿੰਦੇ ਕਿ ਇਹ ਜਿਹੜੇ ਨੌਜਵਾਨ ਉੱਠੇ ਆ ਇਹ ਸਰਕਾਰੀ ਸਕੂਲਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਆ, ਪਰ ਪਿੰਡ ਦੀਆਂ ਪੰਚਾਇਤਾਂ ਜਾਂ ਹੋਰ ਕੋਈ ਜਥੇਬੰਦੀਆਂ ਉਹਨਾਂ ਦਾ ਵੱਲ ਧਿਆਨ ਨਹੀਂ ਹੈਗਾ। ਇਹ ਦੇਖ ਕੇ ਹੁਣ ਲੋਕ ਪੰਚਾਇਤ ਨੇ ਵੀ ਬਾਕੀਆਂ ਨੇ ਵੀ ਪਿੰਡ ਦੇ ਸਕੂਲਾਂ ਵੱਲ ਜਿਹੜਾ ਖਿਆਲ ਕਰਨਾ ਸ਼ੁਰੂ ਕੀਤਾ ਆ। ਬਾਕੀ ਜਿਹੜੇ ਪਿੰਡ ਦੇ ਲੈਵਲ ਦੀ ਇਸ ਤੋਂ ਇਲਾਵਾ ਆ, ਹੁਣ ਲਾਸਟ ਟਾਈਮ ਜਿਹੜਾ ਪਿਛਲੇ ਸਾਲ ਬੀਤਿਆ ਜਦੋਂ ਡੇਂਗੂ ਦੀ ਬਿਮਾਰੀ ਹੋਈ ਸੀ ਸ਼ੁਰੂ, ਉਹ ਲਾਸਟ ਮੂਮੈਂਟ ਤੇ ਜਦੋਂ ਬਹੁਤ ਤੇਜ਼ੀ ਨਾਲ ਵੱਧਦੀ ਗਈ ਉਸ ਵੇਲੇ ਸਰਕਾਰ ਵੱਲੋਂ ਕੋਈ ਸਹੂਲਤ ਆਈ ਸੀ, ਪਰ ਅਸੀਂ ਜਦੋਂ ਸਟਾਰਟ ਹੀ ਹੋਇਆ ਅਸੀਂ ਆਪਣੀ ਜੇਬ 'ਚੋਂ ਪੈਸੇ ਇਕੱਠੇ ਕਰਕੇ ਪਿੰਡ ਲੈਵਲ ਤੇ ਸਾਰੇ ਪਿੰਡ ਨੂੰ ਸੈਨੀਟਾਈਜ਼ਰ ਕੀਤਾ ਔਰ ਡੇਂਗੂ ਦੀ ਸਪਰੇਅ ਕੀਤੀ। ਔਰ ਉਹਦੇ 2 ਮਹੀਨੇ ਬਾਅਦ ਜਿਹੜੀ ਆ ਉਹ ਸਰਕਾਰੀ ਸਹਾਇਤਾ ਆਈ ਸੀਗੀ ਤਾਂ ਫਿਰ ਪੰਚਾਇਤ ਨੇ ਸਾਡੇ ਤੋਂ ਬਾਅਦ 'ਚ ਜਿਹੜੀ ਆ ਉਹ ਸਪਰੇਅ ਕੀਤੀ ਆ ਪਿੰਡ ਦੇ ਵਿੱਚ। ਉਹ ਸਾਡੇ ਨਾਲ ਸੰਸਥਾ ਦੇ ਇੱਕ ਹੋਰ ਮੈਂਬਰ ਅਸ਼ੋਕ ਹੁਣੀ ਖੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਸ਼ੋਕ ਭਾਜੀ, ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਾਂ ਕਿ ਭਾਜੀ ਹੁਣੀ ਕ੍ਰਿਕਟ ਵੀ ਖੇਡਦੇ ਰਹੇ, ਤਾਂ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਕੋਈ ਵੀ ਨੌਜਵਾਨ ਹੈ ਜਿਹੜਾ ਕਿਸੇ ਵੀ ਖੇਡ ਵੱਲ ਨੂੰ ਜਾਂਦਾ ਆ, ਉਹ ਖਾਸ ਕਰ ਜਿਹੜੇ ਦਿਲੋਂ ਜਾਣੀ ਕਹਿ ਸਕਦੇ ਆ ਵੀ ਇੱਕ ਤਾਂ ਹੁੰਦਾ ਵੀ ਨਾਰਮਲੀ ਜਾ ਕੇ ਦਿਖਾਵੇ ਲਈ ਖੇਡਣਾ, ਜਿਹੜੇ ਦਿਲੋਂ ਕਿਸੇ ਵੀ ਇੱਕ ਜਿਹੜੀ ਕਿ ਖੇਡ ਆ ਉਹਨੂੰ ਪਿਆਰ ਕਰਦੇ ਆ, ਉਹਨਾਂ ਦਾ ਰੁਝਾਨ ਜ਼ਿਆਦਾਤਰ ਆਪਾਂ ਦੇਖਿਆ ਕਿ ਨਸ਼ੇ ਤੋਂ ਕਿਤੇ ਉਹ ਦੂਰ ਨਿਕਲ ਜਾਂਦੇ ਆ ਤੇ ਚੰਗੇ ਕੰਮਾਂ ਵੱਲ ਵੀ ਵੱਧਦੇ ਆ। ਤੇ ਮੰਨਦੇ ਹੋ ਕਿ ਇਹਦੇ ਵਿੱਚ ਕਾਫੀ ਜਿਹੜਾ ਇੱਕ ਇਹ ਸਪੋਰਟਸਮੈਨ ਜਿਹੜਾ ਆ ਉਹਦਾ ਰੋਲ ਹੈਗਾ ਆ ਕਿ ਜਿਹੜੇ ਚੰਗੇ ਕੰਮਾਂ ਵੱਲ ਉਹ ਚੱਲ ਜਾਂਦੇ ਆ? ਸਭ ਤੋਂ ਪਹਿਲਾਂ ਤਾਂ ਜੀ ਜੈ ਭੀਮ ਜੈ ਭਾਰਤ। ਹਾਂ, ਇਹ ਗੱਲ ਜ਼ਰੂਰ ਆ ਕਿ ਜਿਹੜਾ ਸਪੋਰਟਸਮੈਨ ਆ ਉਹ ਜਦੋਂ ਆਪਣੀ ਗੇਮ ਕਰਦਾ, ਬੜੇ ਦਿਲ ਲਾ ਕੇ ਗੇਮ ਕਰਦਾ ਆ, ਜਦੋਂ ਗੇਮ ਦੇ ਵਿੱਚੋਂ ਨਿਕਲਦਾ ਆ ਜਾਣੀ ਕਿ ਆਪਣੀ ਗੇਮ ਤੋਂ ਥੋੜ੍ਹਾ ਜਿਹਾ ਦੂਰ ਹੁੰਦਾ ਤਾਂ ਕਿਤੇ ਨਾ ਕਿਤੇ ਸਮਾਜ ਭਲਾਈ ਦੇ ਕੰਮਾਂ 'ਚ ਜ਼ਰੂਰ ਜੁੜਦਾ, ਕਿਉਂਕਿ ਉਹਨੇ ਖੇਡਿਆ ਵੀ ਬਹੁਤ ਜ਼ੋਰ ਲਗਾ ਕੇ ਹੁੰਦਾ, ਬੜੀ ਮਿਹਨਤ ਦੇ ਨਾਲ ਖੇਡਿਆ ਹੁੰਦਾ ਤੇ ਇਹ ਕਿਤੇ ਨਾ ਕਿਤੇ ਉਹਦੇ ਮਾਈਂਡ ਵਿੱਚ ਹੁੰਦਾ ਆ ਕਿ ਮੈਂ ਆਪਣੇ ਸਮਾਜ ਦੇ ਵੀ ਕੰਮ ਕਰਨੇ ਆ। ਕਿਉਂਕਿ ਜਿਹੜੀ ਸਪੋਰਟਸ ਪਹਿਲਾ ਜਿਹੜਾ ਮੇਰੇ ਕੋਲ ਲੱਗਦਾ ਪਲੱਸ ਪੁਆਇੰਟ ਖਿਡਾਰੀ ਦਾ ਇਹੀ ਬਣ ਜਾਂਦਾ, ਕਿਉਂਕਿ ਜਦੋਂ ਆਪਾਂ ਖੇਡਦੇ ਆ ਇੱਕ ਟੀਮ ਬਣ ਕੇ ਖੇਡਦੇ ਆ, ਕਿਉਂਕਿ ਜਦੋਂ ਆਪਾਂ ਅੱਗੇ ਕੰਮ ਕਰਦੇ ਆ ਉਹ ਵੀ ਜਿਸ ਤਰ੍ਹਾਂ ਤੁਹਾਡੀ ਸੰਸਥਾ ਉਹ ਵੀ ਇੱਕ ਟੀਮ ਦੇ ਤੌਰ ਤੇ ਕੰਮ ਕਰਦੀ ਹੈ, ਬਹੁਤ ਵੱਡਾ ਬਣ ਜਾਂਦਾ ਕਿ ਇੱਕ ਦੂਜੇ ਦਾ ਸਾਥ ਦੇਣਾ, ਚੰਗੇ ਮਾੜੇ ਟਾਈਮ ਵਿੱਚ ਇੱਕ ਦੂਜੇ ਨਾਲ ਖੜਨਾ, ਇਹ ਵੀ ਕਿਤੇ ਨਾ ਕਿਤੇ ਇੱਕ ਪਲੱਸ ਪੁਆਇੰਟ ਬਣ ਜਾਂਦਾ ਸਪੋਰਟਸਮੈਨ ਦਾ ਖਾਸ ਕਰ। ਹਾਂ, ਬਿਲਕੁਲ ਇਹੀ ਚੀਜ਼ਾਂ ਸਿੱਖਦਾ ਜੀ ਜਦੋਂ ਬੰਦਾ ਖੇਡਦਾ ਆ, ਉਹ ਇਹੀ ਸਿੱਖਦਾ ਹੈ ਕਿਉਂਕਿ ਜਿਹੜੀ ਇੱਕ ਟੀਮ ਦਾ ਮਤਲਬ ਇਹ ਹੁੰਦਾ ਕਿ ਕਿਉਂਕਿ ਉਹਦੇ ਵਿੱਚ ਸਾਰੇ ਮੈਂਬਰ ਹੁੰਦੇ ਆ, ਕੋਈ ਵਧੀਆ ਖੇਡਦਾ, ਕੋਈ ਘੱਟ ਵਧੀਆ ਖੇਡਦਾ, ਕੋਈ ਬੋਲਿੰਗ 'ਚ ਅੱਛਾ ਹੁੰਦਾ, ਕੋਈ ਬੈਟਿੰਗ 'ਚ, ਕੋਈ ਫੀਲਡਿੰਗ 'ਚ। ਸੋ ਜਦੋਂ ਆਪਾਂ ਸਾਰਿਆਂ ਨੂੰ ਕਲੱਬ ਕਰ ਲੈਂਦੇ ਤਾਂ ਇੱਕ ਟੀਮ ਅੱਛੀ ਟੀਮ ਬਣ ਜਾਂਦੀ। ਸੋ ਇਸੇ ਤਰ੍ਹਾਂ ਇੱਕ ਸੰਸਥਾ ਆ ਜੀ, ਸੰਸਥਾ ਦੇ ਵਿੱਚ ਹਰ ਤਰ੍ਹਾਂ ਦਾ ਮੈਂਬਰ ਹੁੰਦਾ, ਕੋਈ ਪੈਸੇ ਦਾ ਕੰਟਰੀਬਿਊਟ ਕਰਦਾ, ਕੋਈ ਆਪਣਾ ਟਾਈਮ ਦਿੰਦਾ ਆ, ਠੀਕ ਹੈ ਜੀ, ਕੋਈ ਆਪਣੇ ਕੀ ਕਹਿੰਦੇ ਭਾਸ਼ਣ ਕਲਾ 'ਚ ਅੱਗੇ ਹੁੰਦਾ ਆ। ਸੋ ਇੱਦਾਂ ਰਲਾ ਕੇ ਇੱਕ ਟੀਮ ਅੱਛੀ ਟੀਮ ਬਣ ਜਾਂਦੀ ਆ। ਸੋ ਉਹ ਜਿਹੜੀ ਉੱਧਰ ਦੀ ਗੇਮ ਵਾਲੀ ਉਹ ਇਸ ਪੱਖ ਪਾਸੇ ਜਿਹੜੇ ਕੰਮ ਆਉਂਦੀ ਸਾਡੇ ਬਰੋ। ਟਾਈਮਿੰਗ ਦੀ ਗੱਲ ਕਰਾਂ, ਕਿਉਂਕਿ ਆਪਾਂ ਦੇਖਦੇ ਹਾਂ ਕਿ ਆਰਥਿਕ ਪੱਖੋਂ ਜੇ ਆਪਾਂ ਘਰ ਦਾ ਵੀ ਦੇਖੀਏ, ਘਰ ਦਾ ਗੁਜ਼ਾਰਾ ਕਰਨਾ ਵੀ ਜ਼ਰੂਰੀ ਆ, ਆਪਣੀ ਫੈਮਿਲੀ ਆ ਜਾਂ ਆਪਣੇ ਲਈ ਵੀ ਸਾਰਾ ਕੁਝ, ਕਿਉਂਕਿ ਕੰਮ ਵੀ ਜ਼ਰੂਰੀ ਆ। ਜੇ ਮੈਂ ਟਾਈਮ ਦੀ ਗੱਲ ਕਰਾਂ, ਟਾਈਮ ਕਿੱਦਾਂ ਮੈਨੇਜ ਕਰਦੇ ਹੋ? ਸਾਰੇ ਨੌਜਵਾਨ ਜਿੰਨੇ ਵੀ ਤੁਹਾਡੀ ਸੰਸਥਾ ਦੇ ਮੈਂਬਰ ਆ ਉਹ ਟਾਈਮਿੰਗ ਦੀ ਕਿਵੇਂ ਜਿੱਦਾਂ ਜਾਣੀ ਹੈ ਇੱਕ ਪੂਰਤੀ ਕਰਦੇ? ਕਿਉਂਕਿ ਕੰਮ ਤੋਂ ਆ ਕੇ ਜ਼ਿਆਦਾਤਰ ਹੁਣ ਦੇਖਦੇ ਹਾਂ ਕਿ ਆਪਾਂ ਬੰਦੇ ਤੋਂ ਆਪਣੇ ਕੰਮ ਤੇ ਫੈਮਿਲੀ ਦੇ ਜਾਣੀ ਕਹਿ ਸਕਦੇ ਟਾਈਮ ਕੱਢਣਾ ਔਖਾ ਹੋ ਜਾਂਦਾ, ਤੇ ਇਹਦੇ ਫੇਰ ਵੀ ਜਾ ਕੇ ਇੱਕ ਲੋਕ ਭਲਾਈ ਦਾ ਕੰਮ ਕਰਨੇ ਆ। ਦੇਖਿਓ ਜੀ, ਜਿੰਨੇ ਵੀ ਸਾਡੇ ਮੈਂਬਰ ਆ, ਖਾਸ ਕਰਕੇ ਜਿਹੜੇ ਸਾਡੇ ਬੋਡੀ ਮੈਂਬਰ ਆ, ਉਹ ਸਾਰੇ ਡੈਡੀਕੇਟਡ ਆ। ਸੋ ਜਦੋਂ ਬੰਦਾ ਡੈਡੀਕੇਟਡ ਹੁੰਦਾ ਨਾ ਜੀ, ਉਹ ਆਪਣੇ ਕਦੀ ਵੀ ਘਰ ਦੀ ਮਜਬੂਰੀ ਨਹੀਂ ਦੇਖਦਾ। ਹਰ ਬੰਦੇ ਨੂੰ ਕੰਮ ਹੈ ਆਪਣੇ ਘਰ 'ਚ, ਹਰ ਬੰਦੇ ਨੂੰ ਮਜਬੂਰੀ ਹੈ, ਕਿਸੇ ਦੇ ਘਰ ਦਾ ਕੋਈ ਬਿਮਾਰ ਹੈ, ਲੇਕਿਨ ਅਸੀਂ ਇਸ ਚੀਜ਼ ਨੂੰ ਆਪਣੇ ਨਾ ਮਿਸ਼ਨ ਨੂੰ ਅਸੀਂ ਆਪਣੇ ਮੋਹਰੇ ਰੱਖਿਆ ਹੋਇਆ ਆ। ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਸਾਡੇ ਕੋਲ ਟਾਈਮ ਹੈਗਾ, ਅਸੀਂ ਜ਼ਰੂਰ ਟਾਈਮ ਕੱਢਣਾ ਹੀ ਕੱਢਣਾ ਆ। ਸੋ ਕਿਤੇ ਨਾ ਕਿਤੇ ਜਿਹੜਾ ਟਾਈਮ ਲੋਕੀ ਤਾਸ਼ ਖੇਡਣ 'ਚ ਗੁਜ਼ਾਰਦੇ ਆ ਜਾਂ ਗਲੀਆਂ ਮੋੜਾਂ 'ਤੇ ਖੜ੍ਹ ਕੇ ਗੱਲਾਂ ਕਰਕੇ ਗੁਜ਼ਾਰ ਦਿੰਦੇ ਆ, ਅਸੀਂ ਉਹੀ ਟਾਈਮ ਨੂੰ ਆਪਣੇ ਯੂਟਿਲਾਈਜ਼ ਕਰਦੇ ਹਾਂ ਔਰ ਉਸ ਨੂੰ ਮਿਸ਼ਨ ਦੇ ਕੰਮ ਵਿੱਚ ਲਗਾਇਆ ਹੋਇਆ। ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਕੋਈ ਵੀ ਆ, ਜਦੋਂ ਕਹਿੰਦੇ ਆਗਾਜ਼ ਹੁੰਦਾ ਕਿਸੇ ਵੀ ਚੀਜ਼ ਦਾ, ਕਿਉਂਕਿ ਤੁਸੀਂ ਇਹ ਸੰਸਥਾ ਦਾ ਇੱਕ ਦਿਨ ਜਦੋਂ ਆਗਾਜ਼ ਹੋਇਆ ਸੀਗਾ ਉਸ ਸਮੇਂ ਦਿੱਕਤਾਂ ਤਾਂ ਨੋਰਮਲੀ ਗੱਲ ਇਹ ਆਉਂਦੀਆਂ, ਕਿੰਨੀਆਂ ਕੁ ਤੁਹਾਨੂੰ ਦਿੱਕਤਾਂ ਆਈਆਂ ਜਾਂ ਕਿੰਨੀਆਂ ਕੁ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਦੇਖੋ, ਪ੍ਰੋਬਲਮ ਤਾਂ ਹਰ ਸੰਸਥਾ ਨੂੰ ਸ਼ੁਰੂ ਕਰਨ ਦੇ ਵਿੱਚ ਆਉਂਦੀਆਂ ਆ, ਪਰ ਮੈਂ ਇਸ ਦਾ ਸਾਰੀ ਸੰਸਥਾ ਦਾ ਜਿਹੜਾ ਸ਼੍ਰੇਅ ਆ ਸਾਡੇ ਪ੍ਰਧਾਨ ਸ਼੍ਰੀ ਲੇਖਰਾਜ ਜੀ ਨੂੰ ਦੇਵਾਂਗਾ, ਕਿਉਂਕਿ ਉਹਨਾਂ ਦੀ ਜਿਹੜੀ ਪ੍ਰਧਾਨਗੀ ਦੇ ਹੇਠ ਸਾਡੀ ਸੰਸਥਾ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧ ਰਹੀ ਆ। ਸਟੈਪ ਬਾਏ ਸਟੈਪ ਸਾਨੂੰ ਕਿਸੇ ਚੀਜ਼ ਦੀ ਕਾਹਲ ਨਹੀਂ ਹੈਗੀ ਕੋਈ ਵੀ। ਸਾਨੂੰ ਜਿੰਨੀਆਂ ਵੀ ਔਕੜਾਂ ਆਉਂਦੀਆਂ ਅਸੀਂ ਬਖੂਬੀ ਸਾਰੇ ਰਲ ਮਿਲ ਕੇ ਉਹਨਾਂ ਚੀਜ਼ਾਂ ਨੂੰ
ਬਖੂਬੀ ਸਾਹਮਣਾ ਕਰ ਰਹੇ ਆ। ਮੁਸ਼ਕਲਾਂ ਤਾਂ ਦੇਖੋ ਹਰ ਚੀਜ਼ ਵਿੱਚ ਆਉਂਦੀਆਂ ਆ, ਤੁਸੀਂ ਕੋਈ ਵੀ ਫੀਲਡ ਲੈ ਲਓ, ਹਰ ਫੀਲਡ ਦੇ ਵਿੱਚ ਆਉਣੀਆਂ ਹੀ ਆ। ਲੇਕਿਨ ਜੇ ਤੁਹਾਨੂੰ ਮੁਸ਼ਕਲਾਂ ਨਾ ਆਉਣ, ਇਹਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਮਿਸ਼ਨ 'ਚ ਅੱਗੇ ਨਹੀਂ ਵਧ ਰਹੇ। ਸੋ ਮੁਸ਼ਕਲਾਂ ਜਦੋਂ ਪੇਸ਼ ਆਉਂਦੀਆਂ, ਉਸ ਤੋਂ ਪਤਾ ਲੱਗਦਾ ਕਿ ਤੁਸੀਂ ਆਪਣੇ ਮਿਸ਼ਨ 'ਚ ਅੱਗੇ ਵਧ ਰਹੇ ਆ। ਸੋ ਅਸੀਂ ਇਹ ਆਸ ਕਰਦੇ ਹਾਂ ਕਿ ਸਾਨੂੰ ਜਿੰਨੀਆਂ ਮੁਸ਼ਕਲਾਂ ਆਉਣਗੀਆਂ, ਅਸੀਂ ਉਹ ਆਪਣੇ ਮਿਸ਼ਨ 'ਚ ਉਨੇ ਅੱਗੇ ਵਧਾਂਗੇ। ਹੋਰ ਅੱਗੇ ਦੇ ਕੀ ਪਲੈਨਿੰਗ ਹੈ? ਕਿਉਂਕਿ ਕੋਈ ਵੀ ਆਪਾਂ ਜਦੋਂ ਇੱਕ ਸਮਾਜ ਸੇਵਾ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਉਸ ਪਾਸੇ ਨੂੰ ਚੱਲੇ ਆ, ਤਾਂ ਕਿਤੇ ਨਾ ਕਿਤੇ ਹੋਰ ਵੀ ਜਿਹੜੀਆਂ ਪਿੰਡ ਦੀਆਂ ਮੁਸ਼ਕਲਾਂ ਆ, ਕੀ ਹੈ ਕੋਈ ਮਾਈਂਡ ਵਿੱਚ ਵੀ ਜਿਹੜੀਆਂ, ਜਾਂ ਕੋਈ ਤੁਹਾਨੂੰ ਦੀਦੀ ਹੋਵੇ ਪਿੰਡ ਵਿੱਚ ਮੁਸ਼ਕਲ, ਜਾਂ ਆਲੇ ਦੁਆਲੇ ਜਿਹੜੀ ਕੋਈ ਦੀਦੀ ਹੋਵੇ ਉੱਦਾਂ ਦੀ ਮੁਸ਼ਕਲ, ਜਿਹੜਾ ਇੱਕ ਜਾਂ ਇੱਕ ਆਪਣੇ ਮਾਈਂਡ ਵਿੱਚ ਰੱਖਿਆ ਕਿ ਯਾਰ ਇਹਦਾ ਹੱਲ ਜ਼ਰੂਰ ਕਰਨਾ ਆ, ਉਹਦੇ ਲਈ ਜਾਂ ਕਿਸੇ ਦਾ ਸਹਿਯੋਗ ਵੀ ਚਾਹੀਦਾ ਹੋਵੇ, ਜਾਂ ਕੋਈ ਵੀ ਹੈ ਕੋਈ ਇੱਦਾਂ ਦੀ ਮਾਈਂਡ ਵਿੱਚ? ਦੇਖੋ, ਸਭ ਤੋਂ ਪਹਿਲਾਂ ਸਾਡਾ ਜਿਹੜਾ ਮੋਟਿਵ ਸੀ, ਅਸੀਂ ਐਜੂਕੇਸ਼ਨ ਰੱਖਿਆ ਸੀਗਾ, ਕਿਉਂਕਿ ਐਜੂਕੇਸ਼ਨ ਮਸਟ ਆ। ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀਗਾ, ਜਿਹੜੀ ਵਿੱਦਿਆ ਸ਼ੇਰਨੀ ਦਾ ਉਹ ਦੁੱਧ ਆ, ਜਿਹੜਾ ਬੰਦਾ ਪੀਂਦਾ ਉਹ ਦਹਾੜਦਾ ਜ਼ਰੂਰ ਆ। ਕਿਉਂਕਿ ਜੇ ਬਾਬਾ ਸਾਹਿਬ ਇੰਨਾ ਨਾ ਪੜ੍ਹਦੇ, ਨਾ ਇੰਨੇ ਐਜੂਕੇਟ ਹੁੰਦੇ, ਤਾਂ ਸਾਨੂੰ ਅੱਜ ਆਪਣੇ ਹੱਕ ਨਹੀਂ ਮਿਲਣੇ ਸੀ ਸਾਨੂੰ। ਸੋ ਅਸੀਂ ਐਜੂਕੇਸ਼ਨ ਨੂੰ ਪਹਿਲੋਂ ਰੱਖਿਆ ਆ। ਉਸ ਤੋਂ ਇਲਾਵਾ ਹੋਰ ਅਸੀਂ ਕਦੀ ਗਲੀਆਂ ਨਾਲੀਆਂ ਇਹ ਕੰਮ ਸਾਡੀ ਗਿਣਤੀ 'ਚ ਨਹੀਂ ਹੈਗੇ, ਕਿਉਂਕਿ ਸਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਚਲੇ ਇਹ ਗਏ। ਤਾਂ ਨਾਰਮਲੀ ਗੱਲ ਹੈ, ਜਦੋਂ ਵੀ ਸਰਕਾਰ ਬਦਲਦੀ ਹੈ, ਸਰਕਾਰਾਂ ਹਰੇਕ ਉਹੀ ਨਾਲੀ ਗਲੀਆਂ ਵਿੱਚ ਪਾ ਕੇ ਆਪਾਂ ਨੂੰ ਉਹੀ ਕਹਿ ਸਕਦੇ ਹਾਂ ਕਿ ਇਹਨੂੰ ਆਪਾਂ ਵਿਕਾਸ ਨਹੀਂ ਕਹਿ ਸਕਦੇ, ਜਾਂ ਕਿਤੇ ਨਹੀਂ ਲੁੱਟ ਕਹਿ ਸਕਦੇ ਆਪਣੇ ਲੋਕਾਂ ਦੀ। ਬਿਲਕੁਲ, ਸਾਡਾ ਮਕਸਦ ਆ ਵੀ ਅਸੀਂ ਕੋਈ ਆਪਣੇ ਪਿੰਡ ਇਲੈਕਚੁਅਲ ਪੈਦਾ ਕਰੀਏ। ਅਸੀਂ ਜਿੰਨੇ ਸਾਡੇ ਬਹੁਜਨ ਸਮਾਜ ਦੇ ਨਾਇਕ ਆ, ਅਸੀਂ ਉਹਨਾਂ ਨਾਇਕਾਂ ਦੇ ਪ੍ਰਤੀ ਆਪਣੇ ਸਮਾਜ ਨੂੰ ਜਾਗਰੂਕ ਕਰੀਏ। ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ, ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਬਹੁਜਨ ਨਾਇਕ ਕਿਹੜੇ ਆ, ਜਿਨ੍ਹਾਂ ਨੂੰ ਅਸੀਂ ਮੰਨਦੇ ਆ, ਹੁਣ ਤੱਕ ਸੁਣਦੇ ਆ ਜਾਂ ਪੜ੍ਹਦੇ ਆਏ ਆ। ਉਹ ਨਾਇਕ ਨਹੀਂ ਹੈਗੇ ਸਾਡੇ ਨਾਇਕ ਉਹ ਆ ਜਿਨ੍ਹਾਂ ਨੂੰ ਸਾਡੇ ਤੋਂ ਲੁਕੋਇਆ ਗਿਆ, ਜਿਨ੍ਹਾਂ ਦੇ ਇਤਿਹਾਸ ਨੂੰ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਰੱਖਿਆ ਗਿਆ। ਸੋ ਉਹ ਇਤਿਹਾਸ ਨੂੰ ਅਸੀਂ ਉਜਾਗਰ ਕਰਨਾ, ਆਪਣੇ ਬੱਚਿਆਂ ਤੱਕ ਪਹੁੰਚਾਉਣਾ। ਸੋ ਇੱਦਾਂ ਜਿੱਦਾਂ ਸਾਡੇ ਬਹੁਜਨ ਨਾਇਕਾਂ ਦੇ ਜਿੰਨੇ ਵੀ ਪ੍ਰੋਗਰਾਮ ਆਉਂਦੇ ਆ, ਚਾਹੇ ਮਹੀਨੇ ਦੇ ਵਿੱਚ 2 ਪ੍ਰੋਗਰਾਮ ਆ ਜਾਣ, ਚਾਹੇ ਮਹੀਨੇ 'ਚ 1 ਆਵੇ, ਅਸੀਂ ਉਹ ਆਪਣੇ ਪਿੰਡ 'ਚ ਪ੍ਰੋਗਰਾਮ ਰੱਖਣਾ ਹੀ ਰੱਖਣਾ। ਚਾਹੇ 2 ਘੰਟੇ ਦਾ ਵਿਚਾਰ ਕਰੀਏ, ਚਾਹੇ ਘੰਟੇ ਦਾ ਪ੍ਰੋਗਰਾਮ ਰੱਖੀਏ, ਅਸੀਂ ਆਪਣੇ ਪਿੰਡ ਦੇ ਬੱਚਿਆਂ ਨੂੰ ਉਤਸ਼ਾਹਿਤ ਇਹਨਾਂ ਕੰਮਾਂ ਦੇ ਵਿੱਚ ਕਰਦੇ ਹੀ ਕਰਦੇ ਹਾਂ। ਸੋ ਅਗਲਾ ਸਵਾਲ ਮੇਰਾ ਇੰਦਰਜੀਤ ਭਾਜੀ ਨੂੰ ਆ। ਭਾਜੀ, ਜਿਸ ਤਰ੍ਹਾਂ ਅਸ਼ੋਕ ਹੁਣੀ ਗੱਲ ਕੀਤੀ ਕਿ ਲਗਾਤਾਰ ਜਿਹੜੀ ਇਹ ਸਮਾਜ ਭਲਾਈ ਦੇ ਕੰਮ ਆ ਤੁਹਾਡੀ ਸੰਸਥਾ ਵੱਲੋਂ ਕੀਤੇ ਜਾ ਰਹੇ ਸੀ, ਇਹ ਉਹਦੇ ਵਿੱਚ ਖਾਸ ਕਰ ਜਿਹੜਾ ਤੁਹਾਡਾ ਮੇਨ ਮੋਟਿਵ ਸੀ ਬੱਚਿਆਂ ਨੂੰ ਜਿਹੜੀ ਪੜ੍ਹਾਈ ਨੂੰ ਲੈ ਕੇ, ਕਿਉਂਕਿ ਆਪਾਂ ਵੀ ਜਾਣਦੇ ਹਾਂ ਵੀ ਹੱਲੇ ਵੀ ਜਿਹੜੇ ਆਪਣੇ ਸਮਾਜ ਵਿੱਚ ਆ ਇਹ ਉਨੇ ਅਵੇਅਰ ਨਹੀਂ ਹੈਗੇ, ਆਪਣੇ ਹੱਕਾਂ ਨੂੰ ਲੈ ਕੇ ਨਹੀਂ ਆਪਾਂ ਅਵੇਅਰ ਹੈਗੇ, ਤਾਂ ਬਾਕੀ ਦੀਆਂ ਗੱਲਾਂ ਬਾਅਦ ਵਿੱਚ, ਕਿਉਂਕਿ ਹੱਲੇ ਵੀ ਬਹੁਤ ਸਾਰੀ ਉਸੇ ਹੀ ਇੱਕ ਮਾਨਸਿਕ ਗੁਲਾਮੀ ਆਪਾਂ ਝੇਲ ਰਹੇ ਹਾਂ। ਚਾਹੇ ਜਿੰਨਾ ਮਰਜ਼ੀ ਆਪਾਂ ਕਹਿ ਦਈਏ ਕਿ ਆਪਾਂ ਆਜ਼ਾਦ ਹੋ ਚੁੱਕੇ ਹਾਂ, ਪਰ ਜਿਹੜੀ ਉਹ ਮਾਨਸਿਕ ਗੁਲਾਮੀ ਆਪਣੇ ਲੋਕਾਂ ਵਿੱਚ ਖਾਸ ਕਰ ਜਿਹੜੀ ਪਈ ਹੈ, ਉਹ ਹੱਲੇ ਵੀ ਉਹਦੇ ਵਿੱਚ ਆਪਾਂ ਕਿਤੇ ਜੰਜੀਰਾਂ ਜਿਹੜੇ ਝਗੜੇ ਪਏ ਆ। ਕੀ ਇਹ ਜਿਹੜਾ ਇਹ ਮੇਨ ਕਾਰਨ ਇਹਦਾ ਕੀ ਮੰਨਦੇ ਹੋ? ਆਪਾਂ ਪੜ੍ਹ ਲਿਖ ਵੀ ਗਏ ਆ, ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਪੜ੍ਹੇ ਲੋਕ ਵੀ ਆ, ਉਹ ਵੀ ਮਾਨਸਿਕ ਗੁਲਾਮੀ ਝੇਲ ਰਹੇ ਆ। ਹਾਂਜੀ, ਇਹਦੇ 'ਚ ਜਿਹੜਾ ਆ ਵਹਿਮਾਂ ਭਰਮਾਂ ਦੇ ਵਿੱਚ ਸਾਡਾ ਸਮਾਜ ਜਿਹੜਾ ਆ ਨਾ, ਸਾਡੇ ਪੇਰੈਂਟਸ ਲੈ ਲਓ, ਉਹਨਾਂ ਦੇ ਗਾਂਹ ਪਹਿਲਾਂ ਪੇਰੈਂਟਸ, ਉਹ ਜਿਹੜਾ ਪੀੜ੍ਹੀ ਦਰ ਪੀੜ੍ਹੀ ਆ ਸਾਨੂੰ ਉਹ ਮਿਲਦਾ ਰਿਹਾ ਨਾ, ਉਹਨਾਂ ਵਹਿਮਾਂ ਭਰਮਾਂ 'ਚੋਂ ਪਹਿਲਾਂ ਤਾਂ ਅਸੀਂ ਆਪ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਆਪ ਨਿਕਲ ਗਏ ਤਾਂ ਫਿਰ ਅਸੀਂ ਬੱਚਿਆਂ ਨੂੰ ਕੱਢਾਂਗੇ। ਹੁਣ ਜਦ ਬਾਬਾ ਸਾਹਿਬ ਦੀ ਗੱਲ ਕਰਦੇ, ਅੱਜ ਗੌਤਮ ਬੁੱਧ ਦੀ ਗੱਲ ਚੱਲਦੀ ਆ, ਤੇ ਬਾਬਾ ਸਾਹਿਬ ਨੇ ਇਹੀ ਕਿਹਾ ਸੀ ਕਿ ਮੈਂ ਗੌਤਮ ਬੁੱਧ ਨੂੰ ਇਸ ਕਰਕੇ ਮੰਨਦਾ ਹਾਂ ਕਿ ਨਾ ਤਾਂ ਉਹ ਸਵਰਗ ਦਾ ਲਾਲਚ ਦਿੰਦੇ ਆ, ਤੇ ਨਾ ਉਹ ਨਰਕ ਦਾ ਜਿਹੜਾ ਡਰ ਦਿੰਦੇ ਆ। ਨਾ ਉਹ ਇਹ ਕਹਿੰਦੇ ਆ ਵੀ ਤੁਹਾਨੂੰ ਮੈਂ ਕਿਤੇ ਸਵਰਗ 'ਚ ਲੈ ਕੇ ਜਾਊਂਗਾ, ਤੇ ਨਾ ਉਹ ਕਹਿੰਦੇ ਆ ਵੀ ਤੁਹਾਨੂੰ ਮੈਂ ਕਿਤੇ ਇੱਦਾਂ, ਵੀ ਉਹ ਸਿਰਫ ਇੱਕ ਮਾਰਗ ਦਰਸ਼ਕ ਹੈਗੇ ਆ, ਕਿਤੇ ਉਹ ਪਹੁੰਚਾਉਣ ਦੀ। ਕਿਤੇ ਇਹ ਨਹੀਂ ਕਿਹਾ ਵੀ ਉਹਨਾਂ ਨੇ ਆਪਣੇ ਸਾਰੇ ਵਿਚਾਰਾਂ ਦੇ ਵਿੱਚ ਮੈਂ ਕਿਤੇ ਮੰਜ਼ਿਲ ਤੱਕ ਲੈ ਕੇ ਜਾਊਗਾ। ਇਹੀ ਬਾਬਾ ਸਾਹਿਬ ਦਾ ਜਿਹੜਾ ਪਹਿਲਾ ਸਟੈਪ ਸੀਗਾ, ਪੜ੍ਹੋ, ਅਸੀਂ ਉਹਦੇ 'ਤੇ ਮੋਟਿਵ ਹੈਗੇ ਆ। ਅਸੀਂ ਜਿਹੜੇ ਆਪਣੇ ਸਮਾਜ ਦਾ ਜਿਹੜਾ ਨਿਰਮਾਣ ਕਰਨਾ ਆ, ਮਤਲਬ ਕਿ ਸਾਡਾ ਸਮਾਜ ਜਿੱਥੋਂ ਮਰਜ਼ੀ ਸ਼ੁਰੂ ਕਰ ਲਈ, ਬਾਬਾ ਸਾਹਿਬ ਨੇ ਵੀ ਸਾਰੀ ਉਮਰ ਸਮਾਜ ਨਿਰਮਾਣ ਦੀ ਹੀ ਗੱਲ ਕੀਤੀ ਆ। ਉਸੇ ਇੱਕੋ ਹੀ ਸਟੈਪ ਨੂੰ ਲੈ ਕੇ ਅਸੀਂ ਖੜ੍ਹੇ ਹਾਂ ਵੀ ਆਪਣੇ ਸਮਾਜ ਦਾ ਨਿਰਮਾਣ ਕਰ ਲਈਏ। ਅਸੀਂ ਆਪਣੇ ਸਮਾਜ ਨੂੰ ਵਹਿਮਾਂ ਭਰਮਾਂ ਤੋਂ ਜਿੰਨਾ ਹੋ ਸਕਦਾ ਆ ਅਸੀਂ ਪਹਿਲਾਂ ਆਪ ਨਿਕਲ ਜਾਈਏ, ਫਿਰ ਆਪਣੇ ਸਮਾਜ ਨੂੰ ਕੱਢ ਲਈਏ। ਇਸੇ ਕਰਕੇ ਅਸੀਂ ਆਪਣੇ ਸਮਾਜ ਦੀ ਥੋੜ੍ਹੀ ਬਹੁਤੀ ਤਰੱਕੀ ਕਰ ਸਕਦੇ ਹਾਂ। ਇਹ ਤਾਂ ਦੀ ਬੱਚਿਆਂ ਦਾ ਆਪਣਾ ਜਿਹੜਾ ਭਵਿੱਖ ਆ ਉਹ ਸਹੀ ਕਰ ਸਕਦੇ ਹਾਂ। ਆਪਾਂ ਆਪਣੇ ਰਹਿਬਰਾਂ ਦੀ ਗੱਲ ਕਰੀਏ, ਗੁਰੂ ਰਵਿਦਾਸ ਮਹਾਰਾਜ ਜੀ ਦੀ ਗੱਲ ਕਰੀਏ, ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਦੀ ਗੱਲ ਕਰੀਏ, ਹੋਰ ਵੀ ਕਾਫੀ ਜਿਹੜੇ ਰਹਿਬਰ ਆਪਣੇ ਹੋਏ ਆ, ਉਹਨਾਂ ਨੇ ਜੇ ਉਹਨਾਂ ਨੂੰ ਕੁਛ, ਜਿੱਦਾਂ ਆਪਾਂ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਦੀ ਗੱਲ ਕਰੀਏ, ਉਹਨੇ ਸਟੱਡੀ ਕੀਤੀ ਸੀਗੀ, ਤੇ ਉਹਦਾ ਜਿਹੜਾ ਸਟੱਡੀ ਦਾ ਲਾਹਾ ਖੁਦ ਨਹੀਂ ਲਿਆ, ਨਾ ਆਪਣੇ ਪਰਿਵਾਰ ਲਈ, ਸਿਰਫ ਤੇ ਸਿਰਫ ਆਪਣੇ ਸਮਾਜ ਨੂੰ ਦਿੱਤਾ। ਕਿੰਨਾ ਕੁ ਮੰਨਦੇ ਹੋ ਜਿਹੜੇ ਖਾਸ ਕਰ ਹੁਣ ਦੇ ਆਪਣੇ ਲੀਡਰ ਆ, ਆਪਣੇ ਸਮਾਜ ਵਿੱਚੋਂ ਜਾਂਦੇ ਆ, ਤੇ ਉਹੀ ਜਿਹੜੀਆਂ ਉਹਨਾਂ ਵੱਲੋਂ ਜਿਹੜੇ ਸਾਡੇ ਰਹਿਬਰ ਆ, ਉਹਨਾਂ ਵੱਲੋਂ ਜਿਹੜਾ ਸਾਨੂੰ ਹੱਕ ਮਿਲਿਆ ਆ, ਉਹਦੇ ਹੱਕ ਦੇ ਥਰੂ ਉਹ ਏਡੀਆਂ ਪੋਸਟਾਂ ਉੱਤੇ ਜਾਂਦੇ ਆ। ਚਾਹੇ ਮੈਂ ਇਹਦੇ ਵਿੱਚ ਲੀਡਰਾਂ ਦੀ ਨਹੀਂ, ਨਾਲ ਮੈਂ ਉਹ ਵੀ ਵਿੱਚ ਇਹਦੇ ਐਡ ਜ਼ਰੂਰ ਕਰੂੰਗਾ ਜਿਹੜੇ ਨਾਰਮਲ ਆਪਣੇ ਸਮਾਜ ਵਿੱਚੋਂ ਪੜ੍ਹ ਕੇ ਵੱਡੇ ਅਹੁਦਿਆਂ ਉੱਤੇ ਜਾ ਕੇ ਬੈਠੇ ਆ। ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਲੋਕਾਂ ਨੂੰ ਵੀ ਅੱਗੇ ਆ ਕੇ ਆਪਣੇ ਸਮਾਜ ਪ੍ਰਤੀ ਕੁਛ ਨਾ ਕੁਛ ਸੋਚਣਾ ਚਾਹੀਦਾ? ਕਿਉਂਕਿ ਜਦ ਤੋਂ ਲੋਕ ਇੱਥੋਂ ਚੱਲ ਜਾਂਦੇ ਆ,
ਗੱਲਾਂ ਸਮਾਜ ਦੀਆਂ ਕਰਕੇ ਜਾਂਦੇ ਆ, ਪਰ ਉੱਥੇ ਜਾ ਕੇ ਸਮਾਜ ਨੂੰ ਭੁੱਲ ਜਾਂਦੇ ਆ। ਭੁੱਲ ਜਾਂਦੇ ਆ। ਬਿਲਕੁਲ ਸਹੀ ਗੱਲ ਹੈ, ਤੁਹਾਡਾ ਕੁਐਸਚਨ ਬਹੁਤ ਬੈਸਟ ਹੈ ਔਰ ਸਾਡੀ ਸਾਰਿਆਂ ਦੀ ਵੀ ਇਹੀ ਸੋਚਣੀ ਆ। ਜਦੋਂ ਵੀ ਆਪਾਂ ਗੱਲ ਕਰਦੇ ਆ, ਬਾਬਾ ਸਾਹਿਬ ਦਾ ਇੱਕੋ ਹੀ ਆ ਕਿ ਮੈਨੂੰ ਮੇਰੇ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ। ਉਹਨਾਂ ਦਾ ਮੇਨ ਇਹੀ ਸੀਗਾ ਕਿ ਮੈਨੂੰ ਮੇਰੇ ਪੜ੍ਹੇ ਲਿਖੇ ਉਹਨਾਂ ਦੇ ਉਹ ਨਿੱਜੀ ਕੋਈ ਲਾਭ ਨਹੀਂ ਸੀ ਚਾਹੁੰਦੇ ਉਹਨਾਂ ਦੇ ਕੋਲੋਂ। ਉਹਨਾਂ ਨੇ ਇਹੀ ਸੀ ਕਿ ਮੈਨੂੰ ਜਿਹੜੇ ਸਮਾਜ ਰਿਜ਼ਰਵੇਸ਼ਨ ਦਾ ਲਾਹਾ ਲੈ ਕੇ ਨੌਕਰੀਆਂ ਤੇ ਲੱਗੇ ਆ, ਉਹਨਾਂ ਨੇ ਆਪਣੇ ਸਮਾਜ ਨੂੰ ਦਿੱਤਾ ਕੀ ਆ? ਆਪ ਤਾਂ ਨੌਕਰੀਆਂ ਤੇ ਲੱਗ ਗਏ। ਹੁਣ ਅੱਜ ਦੀ ਡੇਟ 'ਚ ਦੇਖ ਲਈਏ ਅਸੀਂ, ਆ ਕਿਸਾਨੀ ਅੰਦੋਲਨ ਚੱਲਦਾ ਜਾਂ ਹੋਰ ਇੰਨੇ ਅੰਦੋਲਨ ਚੱਲਦੇ ਆ ਸਰਕਾਰਾਂ ਦੇ ਖਿਲਾਫ ਜਾਂ ਕੁਛ ਆ, ਜੇ ਅਸੀਂ ਆਪਣੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਵੀ ਭੇਜ ਕੇ ਅਸੀਂ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਥੋੜ੍ਹੀ ਕਰ ਸਕਦੇ ਆ। ਗੁਲਾਮੀ ਤਾਂ ਜਿਹੜੀ ਆ ਉਹ ਤੁਹਾਡੇ ਹਰ ਥਾਂ ਜਾਣੀ ਆ, ਉਹ ਪਿੱਛੇ ਹੀ ਜਾਣੀ ਆ, ਤੁਹਾਡੇ ਦਿਮਾਗ ਦੇ ਵਿੱਚ ਬੈਠੀ ਉਹ ਆ। ਬਾਬਾ ਸਾਹਿਬ ਨੇ ਕਿਹਾ ਸੀਗਾ ਵੀ ਮੈਨੂੰ ਇਹ ਕਲਰਕਾਂ ਦੀ ਭੀੜ ਨਹੀਂ ਚਾਹੀਦੀ। ਜਦੋਂ ਇੱਕ ਬੰਦਾ ਉਹਨਾਂ ਦੇ ਹੁੰਦਿਆਂ ਤੇ ਇੱਕ ਆਪਣੇ ਸਮਾਜ ਦੇ ਵਿੱਚੋਂ DC ਲੱਗਾ ਤੇ ਉਹਨਾਂ ਨੇ ਉਹਨੂੰ ਸੁਨੇਹਾ ਭੇਜਿਆ ਸੀਗਾ ਕਿ ਮੈਨੂੰ ਆ ਕੇ ਮਿਲਿਓ ਜੀ। ਉਹਦੇ ਦਿਮਾਗ 'ਚ ਪਹਿਲਾਂ ਇਹੀ ਆਇਆ ਕਿ ਬਾਬਾ ਸਾਹਿਬ ਨੇ ਮੈਨੂੰ ਸ਼ਾਇਦ ਕੋਈ ਫਾਈਨੈਂਸ਼ੀਅਲੀ ਨਾ ਕੋਈ ਇੱਦਾਂ ਦਾ ਕੋਈ ਚੰਦਾ ਮੰਗੂਗੇ ਜਾਂ ਕੁਛ ਇੱਦਾਂ ਦੀ ਕਰੂਗੇ। ਉਹ ਕਹਿੰਦੇ ਅੱਛਾ ਆ ਗਿਆ ਜੀ ਤੁਸੀਂ। ਉਹਨਾਂ ਨੇ ਖੜੇ ਰਹਿ ਕਹਿੰਦੇ ਤੁਸੀਂ ਆਪਣੇ ਨਾ ਸਮਾਜ ਦੇ ਵਿੱਚ ਜ਼ਰੂਰ ਜਾਇਆ ਕਰੋ। ਇਹ ਗੱਲ ਕਰਕੇ ਤਾਂ ਆਪਣਾ ਉਹ ਲਿਖਣ ਲੱਗ ਪਏ। ਉਹ ਬੰਦਾ ਅੱਧਾ ਘੰਟਾ ਉੱਥੇ ਖੜਾ ਰਿਹਾ, ਪਰ ਬਾਬਾ ਸਾਹਿਬ ਨੂੰ ਪਤਾ ਨਹੀਂ ਸੀਗਾ ਕਿ ਉਹ ਖੜਾ ਹੀ ਆ। ਉਹ ਕਹਿੰਦਾ ਸ਼ਾਇਦ ਇਹਨਾਂ ਨੇ ਕੋਈ ਸਪੈਸ਼ਲ ਗੱਲ ਕਰਨੀ, ਮੇਰੇ ਕੋਲੋਂ ਕੋਈ ਚੰਦਾ ਮੰਗਣਾ, ਕੋਈ ਇੱਦਾਂ ਦੀ ਵੀ ਮੈਂ ਵਧੀਆ ਨੌਕਰੀ 'ਤੇ ਲੱਗਾ। ਉਹਨਾਂ ਨੇ ਫਿਰ ਯਾਦ ਕਰਾਇਆ ਵੀ ਬਾਬਾ ਸਾਹਿਬ ਤੁਸੀਂ ਮੈਨੂੰ ਬੁਲਾਇਆ ਸੀਗਾ। ਕਹਿੰਦਾ ਬਸ ਇਹੀ ਕਹਿਣਾ ਸੀ ਵੀ ਤੂੰ ਜਿਹੜੇ ਸਮਾਜ 'ਚੋਂ ਆਇਆ ਆ, ਜਿਹੜੇ ਉਹ ਭੁੱਖੇ ਤੇ ਨੰਗੇ ਲੋਕ ਜਿਨ੍ਹਾਂ ਨੂੰ ਤਨ 'ਤੇ ਕੱਪੜੇ ਵੀ ਨਹੀਂ ਲੱਭਦੇ, ਤੂੰ ਕੋਟ ਪੈਂਟ ਪਾ ਕੇ ਟਾਈ ਲਾ ਕੇ ਤੂੰ ਇੱਕ ਵਾਰੀ ਉਸ ਸਮਾਜ ਦੇ ਵਿੱਚ ਜਾ ਕੇ ਖੜਾ ਹੋਈ ਵੀ ਉਹਨਾਂ ਦੇ ਵਿੱਚ ਉਤਸ਼ਾਹ ਆਊਗਾ ਵੀ ਇਹ ਸਾਡੇ ਵਿੱਚੋਂ ਹੀ ਨਿਕਲ ਕੇ ਗਿਆ ਆ ਔਰ ਇਹਨੂੰ ਪੜ੍ਹਾਈ ਲਿਖਾਈ ਦਾ ਹੀ ਜਿਹੜਾ ਆ ਉਹ ਉਹੀ ਮੌਕਾ ਮਿਲਿਆ, ਉਹੀ ਸ਼੍ਰੇ ਮਿਲਿਆ ਆ। ਇਹ ਜਿਹੜਾ ਸਮਾਜ ਆ ਉਹ ਜਦੋਂ ਤੁਸੀਂ ਉੱਥੇ ਜਾਓਗੇ ਤੇ ਉਹਨਾਂ ਦੇ ਦਿਮਾਗ 'ਚ ਵੀ ਆਊਗਾ ਕੁਛ ਵੀ ਹੋਰ ਕੁਛ ਨਹੀਂ ਚਾਹੀਦਾ, ਸਿਰਫ ਆਪਣੇ ਜਿਹੜਾ ਸਮਾਜ ਪਿੱਛੇ ਰਹਿ ਗਿਆ ਉਹਦੀ ਬਾਂਹ ਫੜ ਕੇ ਤੁਸੀਂ ਨਾਲ ਰਲਾਉਣਾ ਹੈ। ਇਹੀ ਬਾਬਾ ਸਾਹਿਬ ਦਾ ਮੰਤਵ ਸੀਗਾ ਔਰ ਇਹਨੂੰ ਹੀ ਲੈ ਕੇ ਅਸੀਂ ਤੁਰੇ ਹਾਂ। ਸੋ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਸੰਸਥਾ ਉਹਦੀ ਸੋਚ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਿਹਾ। ਅਸ਼ੋਕ ਜੀ, ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜੀ ਬੱਚਿਆਂ ਦੀ ਤੁਸੀਂ ਹੈਲਪ ਕਰਦੇ ਹੋ, ਇਹ ਸੰਸਥਾ ਵੱਲੋਂ ਇਹ ਵੀ ਤੁਸੀਂ, ਕਿਉਂਕਿ ਇਹ ਆਫ ਦਾ ਕੈਮਰਾ ਤੁਸੀਂ ਇਹ ਗੱਲ ਕੀਤੀ ਸੀ ਕਿ ਵੀ ਕਿਹਾ ਸੀ ਕਿ ਜਿਹੜੇ ਅਸੀਂ ਬੱਚੇ ਜਿਹੜੇ ਖਾਸ ਕਰ ਸਾਡੇ ਜਿਹੜੇ ਇਹਦੇ ਪਿੰਡਾਂ ਵਿੱਚੋਂ ਪੜ੍ਹਾਈ ਵਿੱਚ ਵਧੀਆ ਆ, ਅੱਵਲ ਆਉਂਦੇ ਆ, ਜਾਂ ਫਿਰ ਹੋਰ ਕੋਈ ਵੀ ਕਿਸੇ ਵੀ ਚਾਹੇ ਖੇਡ ਵਿੱਚ ਹੋਵੇ, ਚਾਹੇ ਕੋਈ ਇਹ ਐਕਟੀਵਿਟੀ ਹੋਵੇ, ਕਿਸੇ ਵਿੱਚ ਵਧੀਆ ਨੰਬਰ ਲੈ ਕੇ ਅੱਗੇ ਆਉਂਦੇ ਆ, ਜਾਂ ਇਹ ਕੋਈ ਇਹ ਇੱਕ ਤਰ੍ਹਾਂ ਦਾ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਆ, ਉਹਨਾਂ ਨੂੰ ਵੀ ਤੁਸੀਂ ਇਹ ਜਿਹੜਾ ਉਹਨਾਂ ਦਾ ਸਨਮਾਨ ਕਰਦੇ ਹੋ। ਕਿੰਨੀ ਕੁ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਬੱਚਿਆਂ ਦਾ ਇੱਕ ਉਹ ਕਹਿੰਦੇ ਚਿਹਰਾ ਆਪਾਂ ਦੇਖ ਕੇ ਖੁਸ਼ੀ ਦਾ, ਯਾਨੀ ਇੱਕ, ਕਿਉਂਕਿ ਆਪਾਂ ਨੋਰਮਲੀ ਜਾਣਦੇ ਵੀ ਆਪਣੇ ਜ਼ਿਆਦਾਤਰ ਲੋਕ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਉਹ ਉਹਨਾਂ ਦੀ ਆਰਥਿਕ ਪੱਖੋਂ ਉਹਨਾਂ ਦੀ ਗਰੀਬੀ ਹੱਲੇ ਵੀ ਘਰਾਂ ਵਿੱਚ ਹੈਗੀ ਆ, ਉਹੀ ਦਿਹਾੜੀ ਮਜ਼ਦੂਰੀ ਕਰਕੇ ਜਿਹੜੇ ਉਹਨਾਂ ਦੇ ਮਾਪਿਓ ਕਮਾਉਂਦੇ ਆ ਉਹੀ ਖਾਂਦੇ ਆ। ਕਿੱਦਾਂ ਦਾ ਫੀਲ ਹੁੰਦਾ ਉਦੋਂ, ਕਿਉਂਕਿ ਇੱਕ ਚਿਹਰੇ ਖਿਲੇ ਹੋਏ ਦੇਖ ਕੇ ਕਿੱਦਾਂ ਦਾ ਮਹਿਸੂਸ ਹੁੰਦਾ, ਖਾਸ ਕਰ ਇੱਕ ਇਨਸਾਨ ਹੋਣ ਦੇ ਤੌਰ ਤੇ? ਦੇਖੋ, ਇਸ ਗੱਲ ਨੂੰ ਮੈਂ ਇਸ ਚੀਜ਼ ਤੋਂ ਸਪਸ਼ਟ ਕਰੂੰਗਾ। ਪਿਛਲੇ ਮਹੀਨੇ ਜਦੋਂ ਨਾ ਅਸੀਂ ਪ੍ਰੋਗਰਾਮ ਮਨਾਇਆ ਤਾਂ ਮੇਰੇ ਬੱਚੇ ਨੇ ਉਹਦੇ ਵਿੱਚ ਪਰਫਾਰਮ ਕੀਤਾ। ਉਹਨੇ ਇੱਕ ਕਵਿਤਾ ਸੁਣਾਈ ਛੋਟੀ ਜਿਹੀ, ਦੋ ਕਪਹਿਰਿਆਂ ਦੀ ਸੀਗੀ ਕਵਿਤਾ। ਸੋ ਜਦੋਂ ਉਹਨੂੰ ਇਨਾਮ ਮਿਲਿਆ ਨਾ, ਇੱਕ ਕਾਪੀ ਸਿਰਫ ਮਿਲੀ ਉਹਨੂੰ, ਲੇਕਿਨ ਉਹ ਜੋ ਖੁਸ਼ੀ ਮਿਲੀ ਹੈ ਨਾ ਜਦੋਂ ਘਰ ਲੈ ਕੇ ਗਿਆ ਤਾਂ ਸਾਨੂੰ ਬੜੀ ਖੁਸ਼ੀ ਹੋਈ। ਅਸੀਂ ਤਾਂ ਖੁਦ ਨਾਲੇ ਇਨਾਮ ਦੇਣ ਵਾਲੇ ਸੀ ਉਸ ਮੌਕੇ, ਪਰ ਫਿਰ ਵੀ ਸਾਨੂੰ ਬਹੁਤ ਖੁਸ਼ੀ ਹੋਈ। ਸੋ ਸਾਨੂੰ ਇੱਦਾਂ ਬਹੁਤ ਖੁਸ਼ੀ ਹੁੰਦੀ ਆ ਵੀ ਜਦੋਂ ਅਸੀਂ ਆਪਣੇ ਜਿਹੜੇ ਪਿੰਡ ਦੇ ਬੱਚੇ ਉੱਭਰ ਰਹੇ ਆ, ਜਿਨ੍ਹਾਂ 'ਚ ਕੋਈ ਟੇਲੈਂਟ ਆ, ਕੋਈ ਗਾਉਣ ਦਾ, ਕੋਈ ਸਕਿੱਟ ਕਰਨ ਦਾ, ਜਾਂ ਕੋਈ ਕਵਿਤਾ ਪੜ੍ਹਨ ਦਾ, ਜਾਂ ਲੈਕਚਰ ਕਰਨ ਦਾ, ਜਦੋਂ ਅਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ, ਉਹਨਾਂ ਨੂੰ ਅਸੀਂ ਮੌਕਾ ਦਿੰਦੇ ਇੱਕ ਆਪਣੀ ਸਟੇਜ ਦੇ ਉੱਤੇ, ਕਿਉਂਕਿ ਅਸੀਂ ਹਰ ਮਹੀਨੇ ਪ੍ਰੋਗਰਾਮ ਕਰਦੇ ਹਾਂ। ਸੋ ਅਸੀਂ ਹਰ ਮਹੀਨੇ ਬੱਚਿਆਂ ਨੂੰ ਮੌਕਾ ਦੇਈਦਾ ਵੀ ਆਓ ਬੱਚਿਓ, ਸਾਡੀ ਸਟੇਜ 'ਤੇ ਆਓ, ਮਾਈਕ ਸੰਭਾਲੋ, ਤੁਸੀਂ ਆਪਣਾ ਟੇਲੈਂਟ ਦਿਖਾਓ, ਅਤੇ ਅਸੀਂ ਉਹਨਾਂ ਨੂੰ ਪੂਰਾ ਮੌਕਾ ਦਿੰਦੇ ਹਾਂ। ਸੋ ਉਹਨਾਂ ਬੱਚਿਆਂ ਦਾ ਟੇਲੈਂਟ ਵੀ ਨਿਖਰ ਰਿਹਾ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ। ਔਰ ਇਸ ਤੋਂ ਇਲਾਵਾ ਜਦੋਂ ਸਾਲ ਦਾ ਸਾਡਾ ਐਨੂਅਲ ਪ੍ਰੋਗਰਾਮ ਹੁੰਦਾ, ਜਾਣੀ ਕਿ ਜਦੋਂ ਅਸੀਂ ਬਾਬਾ ਸਾਹਿਬ ਦਾ ਪ੍ਰੋਗਰਾਮ ਮਨਾਈਦਾ, ਬਾਬਾ ਸਾਹਿਬ ਦਾ ਜਨਮ ਦਿਨ ਮਨਾਈਦਾ, ਬਹੁਤ ਵੱਡੇ ਪੱਧਰ 'ਤੇ ਮਨਾਈਦਾ, ਉਦੋਂ ਅਸੀਂ ਸਾਡੇ ਪਿੰਡ ਦੇ ਜਿੰਨੇ ਵੀ ਸਕੂਲ ਆ, ਚਾਹੇ ਸਰਕਾਰੀ ਸਕੂਲ ਆ ਚਾਹੇ ਪ੍ਰਾਈਵੇਟ, ਉਹਨਾਂ ਦੇ ਵਿੱਚ ਜਿੰਨੇ ਵੀ ਬੱਚੇ ਫਸਟ ਸੈਕਿੰਡ ਥਰਡ ਆਉਂਦੇ ਆ ਨਾ ਜੀ, ਅਸੀਂ ਉਹਨਾਂ ਨੂੰ ਸਪੈਸ਼ਲ ਪ੍ਰਾਈਜ਼ ਦੇ ਕੇ ਸਨਮਾਨਿਤ ਕਰੀਦਾ। ਸੋ ਸਾਨੂੰ ਇਸ ਚੀਜ਼ ਦਾ ਮਾਣ ਵੀ ਸਾਡੀ ਸੰਸਥਾ ਨੂੰ ਆ, ਸਾਨੂੰ ਇਸ ਚੀਜ਼ ਦੀ ਖੁਸ਼ੀ ਵੀ ਹੁੰਦੀ ਆ ਕਿ ਅਸੀਂ ਜਿਹੜੇ ਬੱਚੇ ਜੋ ਕਿਸੇ ਚੀਜ਼ ਦੇ ਯੋਗ ਆ, ਅਸੀਂ ਉਹਨਾਂ ਦਾ ਬਣਦਾ ਸਨਮਾਨ ਦੇ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਨੇੜੇ ਦੇ ਜਿਹੜੇ ਪਿੰਡਾਂ ਵਿੱਚ ਵੀ ਤੁਹਾਡੀ ਜਿਹੜੀ ਸੰਸਥਾ ਤੋਂ ਇੱਕ ਸੇਧ ਲੈ ਕੇ ਉਹਨੇ ਵੀ ਇਹ ਸੰਸਥਾ ਨਵੀਆਂ ਬਣਵਾਈਆਂ, ਤੇ ਕੀ ਕਦੇ ਕੋਈ ਨੇੜੇ ਤੇੜੇ ਦਾ ਕੋਈ ਖਾਸ ਤੌਰ ਤੇ ਤੁਹਾਨੂੰ ਮਿਲਣ ਆਇਆ, ਖਾਸ ਕਰ ਤੁਹਾਡੀ ਸੰਸਥਾ ਨੂੰ, ਕਿ ਤੁਸੀਂ ਇਹ ਜਾਂ ਇੱਕ ਕਹਿੰਦੇ ਜਾਣਕਾਰੀ ਲੈਣ ਆਇਆ ਕਿ ਅਸੀਂ ਵੀ ਸ਼ਾਇਦ ਇੱਦਾਂ ਦਾ ਕੁਛ ਕਰਕੇ ਦਿਖਾ ਲਈਏ ਆਪਣੇ ਸਮਾਜ ਲਈ? ਹਾਂ ਬਿਲਕੁਲ, ਸਮੇਂ-ਸਮੇਂ 'ਤੇ ਆਂਢ ਗੁਆਂਢ ਦੇ ਪਿੰਡ ਸਾਡੇ ਨਾਲ ਅਪਰੋਚ ਕਰਦੇ ਆ, ਜਿਵੇਂ ਕਿ ਬਹਿਰਾਮ ਦੇ ਪਿੰਡ ਦੇ ਸਾਡੇ ਨਾਲ ਅਪਰੋਚ ਕੀਤੀ ਪ੍ਰਧਾਨ ਜੀ ਲੇਖਰਾਜ ਜੀ ਨਾਲ,
ਕਿਉਂਕਿ ਜ਼ਿਆਦਾ ਪ੍ਰਧਾਨ ਜੀ ਨਾਲ ਹੀ ਅਪਰੋਚ ਕਰਦੇ, ਕਿਉਂਕਿ ਪ੍ਰਧਾਨ ਜੀ ਜ਼ਿਆਦਾਤਰ ਪਿੰਡਾਂ 'ਚ ਘੁੰਮਦੇ ਆ, ਉਹਨਾਂ ਦਾ ਕੰਮ ਹੀ ਇਸ ਤਰ੍ਹਾਂ ਦਾ ਬਿਜ਼ਨਸ ਹੈਗਾ ਉਹਨਾਂ ਦਾ, ਸੀਮੈਂਟ ਦਾ ਕੰਮ ਆ ਉਹਨਾਂ ਦਾ। ਸੋ ਉਹ ਪਿੰਡ ਜਾਂਦੇ ਰਹਿੰਦੇ ਆ। ਸੋ ਕਾਫੀ ਪਿੰਡਾਂ ਨੇ ਉਹਨਾਂ ਤੱਕ ਅਪਰੋਚ ਕੀਤੀ ਆ, ਕਿਉਂਕਿ ਟਾਈਮ ਲੱਗਦਾ ਹਰ ਸੰਸਥਾ ਦੇ ਪ੍ਰਭਾਵ ਨੂੰ ਅੱਗੇ ਵਧਣ 'ਚ, ਕਿਉਂਕਿ ਹਜੇ ਰੀਸੈਂਟਲੀ 2.5 ਸਾਲ ਹੋਏ ਸਾਡੀ ਸੰਸਥਾ ਬਣਿਆ ਨੂੰ। ਹੁਣ ਜਿੱਦਾਂ ਜਿੱਦਾਂ ਸਾਡੀ ਸੰਸਥਾ ਦਾ ਜਿਹੜਾ ਵੱਧ ਰਿਹਾ ਹੈ ਟਾਈਮ ਪੀਰੀਅਡ ਅੱਗੇ ਵੱਧ ਰਿਹਾ, ਉਹਦੀ ਸਾਡੀ ਸੰਸਥਾ ਦਾ ਪ੍ਰਭਾਵ ਵੱਧ ਰਿਹਾ। ਅਸ਼ੋਕ ਜੀ, ਲਾਸਟ ਸਵਾਲ ਮੇਰਾ ਤੁਹਾਨੂੰ, ਮੌਕੇ ਦੀਆਂ ਸਰਕਾਰਾਂ ਆਪਾਂ ਦੇਖਿਆ ਕਿ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ, ਥਾਂ ਥਾਂ ਤੇ ਜਿਹੜੇ ਪ੍ਰੋਟੈਸਟ ਚੱਲ ਰਹੇ ਉਹਨਾਂ ਖਿਲਾਫ, ਕੀ ਮੰਨਦੇ ਹੋ ਮੇਨ ਕਾਰਨ ਜਿਹੜਾ ਸਰਕਾਰਾਂ, ਕਿਉਂਕਿ ਬਦਲ ਵੀ ਆਪਾਂ ਨੂੰ ਆਪਾਂ ਨਾਰਮਲੀ ਕਹਿ ਦਿੰਦੇ ਆ ਵੀ ਤੀਜਾ ਬਦਲ ਚਾਹੀਦਾ, ਚੌਥਾ ਬਦਲ ਚਾਹੀਦਾ, ਪਰ ਬਦਲ ਵੀ ਆਪਣਾ ਨਹੀਂ ਆ ਰਿਹਾ, ਉਹੀ ਜਿਹੜੀਆਂ ਸਰਕਾਰਾਂ ਰਿਪੀਟ ਹੋ ਰਹੀਆਂ, ਇਹ ਲੋਕਾਂ ਦਾ ਸ਼ੋਸ਼ਣ ਵੀ ਹੋ ਰਿਹਾ ਆ, ਇੱਥੋਂ ਤੱਕ ਵੀ ਜਿਹੜੇ ਮੁਲਾਜ਼ਮ ਵਰਗੇ ਉਹ ਵੀ ਸੜਕਾਂ ਉੱਤੇ ਉਤਰ ਰਹੇ ਆ। ਕੀ ਮੇਨ ਕਾਰਨ ਮੰਨਦੇ ਹੋ ਤੇ ਕੀ ਇਹਦਾ ਹੱਲ ਆ? ਆਪਣੇ ਹਿਸਾਬ ਨਾਲ ਤੁਸੀਂ ਕੀ ਸੋਚਦੇ ਹੋ ਕਿ ਇਹਦਾ ਹੱਲ ਕਿੱਦਾਂ ਹੋ ਸਕਦਾ ਆ, ਇਹ ਜਾਂ ਫਿਰ ਇਹਦਾ ਮੇਨ ਕਾਰਨ ਕੀ ਮੰਨਦੇ ਹੋ ਤੁਸੀਂ? ਦੇਖੋ, ਕਰਪਸ਼ਨ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਆ, ਕਿਉਂਕਿ ਜਿਹੜੀ ਸਰਕਾਰ ਬਦਲਦਾ ਜਾਂਦੀ ਆ ਉਹ ਸਰਕਾਰ ਨਹੀਂ ਹੁੰਦੀ, ਉਹ ਐਕਚੁਅਲੀ ਜਿਹੜਾ ਸਾਡਾ ਖਜ਼ਾਨਾ ਆ ਉਹ ਤੇ ਬੈਠਣ ਵਾਲੀ ਧਿਰ ਆਉਂਦੀ ਆ, ਉਹਨੂੰ ਖਾਣ ਦੇ ਲਈ ਆਉਂਦੇ ਆ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਕਿਉਂਕਿ ਜਿੰਨੀਆਂ ਵੀ ਚਾਹੇ ਜਿਹੜੀ ਮਰਜ਼ੀ ਪਾਰਟੀ ਸਰਕਾਰ ਹੋਵੇ, ਬਸ ਉਹ ਲੁੱਟਣੇ ਆਉਂਦੇ ਆ, ਕਿਉਂਕਿ ਪੰਜਾਬ ਨੂੰ ਕੰਗਾਲ ਹੀ ਕਰਨ ਆਉਂਦੇ ਆ, ਚਾਹੇ ਸੈਂਟਰ ਦੀ ਸਰਕਾਰ ਆ ਤੇ ਚਾਹੇ ਸੂਬੇ ਦੀ ਸਰਕਾਰ ਆ। ਸੋ ਜਦ ਤੱਕ ਤੁਹਾਡਾ ਸਮਾਜਿਕ ਪਰਿਵਰਤਨ ਨਹੀਂ ਹੁੰਦਾ, ਕਿਉਂਕਿ ਸਮਾਜਿਕ ਪਰਿਵਰਤਨ ਬਹੁਤ ਜ਼ਰੂਰੀ ਆ, ਕਿਉਂਕਿ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਕਿਹਾ ਸੀਗਾ ਕਿ ਸਰਕਾਰ ਬਣਾਉਣੀ ਇੰਨੀ ਔਖੀ ਨਹੀਂ, ਸਮਾਜਿਕ ਪਰਿਵਰਤਨ ਨਹੀਂ ਰੁਕਣਾ ਚਾਹੀਦਾ। ਜਦੋਂ ਤੁਹਾਡਾ ਸਮਾਜਿਕ ਪਰਿਵਰਤਨ ਰੁਕ ਜਾਂਦਾ ਨਾ, ਉਦੋਂ ਸਮੱਸਿਆਵਾਂ ਪੈਦਾ ਹੁੰਦੀਆਂ। ਸੋ ਸਾਡਾ ਮੋਟਿਵ ਇਹ ਹੈ ਕਿ ਸਾਡਾ ਸਮਾਜਿਕ ਪਰਿਵਰਤਨ ਹੋਵੇ ਥੱਲਿਓਂ ਲੈ ਕੇ, ਔਰ ਸਾਡਾ ਜਿਹੜਾ ਸਮਾਜਿਕ ਪਰਿਵਰਤਨ ਨਿਰੰਤਰ ਚੱਲਦਾ ਰਹੇ। ਸੋ ਮਾਫ ਕਰਨਾ ਦਰਸ਼ਕੋ, ਇਹ ਜਿਹੜੀ ਮੈਂ ਗੱਲ ਕਹਿਣ ਲੱਗਾ ਸ਼ਾਇਦ ਕਿਸੇ ਨੂੰ ਕੌੜੀ ਲੱਗੀ, ਪਰ ਇਹ ਸੱਚ ਆ ਕਿ ਜਿਹੜਾ ਸਾਡਾ ਸਮਾਜ ਹੈ ਉਹ ਹੱਲੇ ਵੀ ਕਿਤੇ ਨਾ ਕਿਤੇ ਵੰਡੀਆਂ ਵਿੱਚ ਵੀ ਪਿਆ ਹੋਇਆ ਆ, ਮਾਨਸਿਕ ਤੌਰ ਤੇ ਵੀ ਗੁਲਾਮ ਆ। ਤੇ ਜਦੋਂ ਵੋਟਾਂ ਆਉਂਦੀਆਂ ਤੇ ਆਪਾਂ ਅਕਸਰ ਆਪਣੇ, ਕਿਉਂਕਿ ਪਿੰਡਾਂ ਵਿੱਚ ਰਹਿੰਦੇ ਆ, ਨਾਰਮਲੀ ਆਪਾਂ ਦੇਖਦੇ ਆ ਕਿ ਇੱਕ ਦਾਰੂ ਦੀ ਬੋਤਲ ਉੱਤੇ ਵੀ ਜਿਹੜੇ ਲੋਕ ਵਿਕ ਜਾਂਦੇ ਆ, ਪਰ ਜਿਹੜਾ ਸਾਡੇ ਰਹਿਬਰਾਂ ਜਿਹੜਾ ਦੱਸਿਆ ਗਿਆ ਮਾਰਗ ਸੀਗਾ ਉਹ ਤੋਂ ਆਪਾਂ ਭਟਕੇ ਹੋਏ ਆ। ਲੋੜ ਆ ਉਹਨਾਂ ਦੇ ਮਾਰਗ ਉੱਤੇ ਚੱਲਣ ਦੀ, ਕਿਉਂਕਿ ਜੇਕਰ ਆਪਾਂ ਉਹਨਾਂ ਦੇ ਮਾਰਗ ਉੱਤੇ ਚੱਲਾਂਗੇ ਤਾਂ ਹੀ ਆਪਾਂ ਆਪਣਾ ਅਤੇ ਆਪਣੇ ਜਿਹੜੇ ਖਾਸ ਕਰ ਆਪਣੇ ਬੱਚਿਆਂ ਦੇ ਭਵਿੱਖ ਦਾ ਜਿਹੜਾ ਉਹ ਆਪਾਂ ਉਹਨਾਂ ਨੂੰ ਵਧੀਆ ਕਰ ਸਕਦੇ ਹਾਂ। ਇਹ ਇੰਦਰਜੀਤ ਜੀ, ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਖਾਸ ਕਰ ਨੌਜਵਾਨ ਪੀੜ੍ਹੀ ਨੂੰ, ਕਿਉਂਕਿ ਤੁਹਾਡੀ ਜਿਹੜੀ ਸਾਰੀ ਸੰਸਥਾ ਉਹ ਨੌਜਵਾਨਾਂ ਦੇ ਇਰਦ ਗਿਰਦ ਜਿਹੜੀ ਘੁੰਮਦੀ ਆ, ਕੀ ਕਹਿਣਾ ਚਾਹੋਗੇ ਜਿਹੜੇ ਪਿੰਡਾਂ ਵਿੱਚ ਆਪਾਂ ਯਾਰ ਤਾਂ ਕਹਿੰਦੇ ਕਿ ਅਸੀਂ ਪਿੰਡ ਤੋਂ ਆਏ ਆ, ਪਿੰਡਾਂ ਵਿੱਚ ਉਹ ਕਹਿ ਅਵੇਅਰਨੈਸ ਹੈ ਨਹੀਂ ਗੀ, ਜਾਂ ਇੱਦਾਂ ਕੋ ਆਪਾਂ ਕਾਫੀ ਕੁਛ ਸੁਣਨਾ ਪੈਂਦਾ, ਬੈਕਵਰਡ ਏਰੀਆ ਆ, ਇੱਦਾਂ ਦਾ ਕੁਛ ਸੁਣ, ਕੀ ਮੇਨ ਜਾਣੀ ਇੱਕ ਜਿੱਦਾਂ ਤੁਸੀਂ ਸੰਸਥਾ ਲੈ ਕੇ ਅੱਗੇ ਆਏ ਹੋ, ਵਧੀਆ ਕੰਮ ਕਰਦੇ ਹੋ, ਕੀ ਨੇੜੇ ਤੇੜੇ ਦੇ ਪਿੰਡਾਂ ਨੂੰ ਜਾਂ ਆਲ ਓਵਰ ਜਿਹੜੇ ਵੀ ਸਾਡੇ ਦੇਖਣ ਵਾਲੇ ਦਰਸ਼ਕ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਕਾਂਚੀ ਟੀਵੀ ਦੇ ਥਰੂ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ, ਔਰ ਨੌਜਵਾਨਾਂ ਨੂੰ ਨਾਲ, ਜਿਹੜੀ ਸਾਡੇ ਸਮਾਜ ਦੇ ਵਿੱਚ ਐਜੂਕੇਸ਼ਨ ਦੀ ਘਾਟ ਹੈ ਨਾ, ਬਾਬਾ ਸਾਹਿਬ ਦੀ ਵਿਚਾਰਧਾਰਾ ਹੀ ਇੱਕ ਹੈ ਜਿਹੜੀ ਆ ਸਮਾਜਿਕ ਪਰਿਵਰਤਨ ਕਰ ਸਕਦੀ ਆ, ਔਰ ਸਾਰੇ ਸਮਾਜ ਨੂੰ ਊਚ ਨੀਚ ਜਿਹੜੀ ਆ ਖਤਮ ਕਰ ਸਕਦੀ ਹੈ। ਇਸ ਕਰਕੇ ਬਾਬਾ ਸਾਹਿਬ ਦੀ ਸੋਚ ਨੂੰ ਘਰ ਘਰ ਪਹੁੰਚਾਈਏ, ਔਰ ਇਹਦੇ ਲਈ ਦ੍ਰਿੜ ਸੰਕਲਪ ਕਰੀਏ, ਚਾਹੇ ਉਹ ਕਿਸੇ ਵੀ ਜਾਤ ਦਾ, ਕਿਸੇ ਵੀ ਮਜ਼ਹਬ ਦਾ ਬੰਦਾ ਹੋਵੇ। ਮਤਲਬ ਇਹਨਾਂ ਚੀਜ਼ਾਂ ਨੂੰ ਪਰੇ ਰੱਖ ਕੇ ਨਾ ਬਾਬਾ ਸਾਹਿਬ ਦੀ ਜਿਹੜੀ ਸੋਚ ਨੂੰ, ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਈਏ, ਤਾਂ ਹੀ ਜਿਹੜਾ ਆ ਸਮਾਜ ਜਿਹੜਾ ਆ ਉਹ ਉੱਪਰ ਉੱਠ ਸਕਦਾ ਆ, ਤਾਂ ਹੀ ਜਿਹੜਾ ਦੇਸ਼ ਆ ਉਹ ਉੱਪਰ ਉੱਠ ਸਕਦਾ ਆ। ਜੇ ਅਸੀਂ ਇਹਨੂੰ ਵੰਡੀਆਂ 'ਚ ਪਾਵਾਂਗੇ, ਜਾਤਾਂ ਪਾਤਾਂ 'ਚ ਪਾਵਾਂਗੇ, ਤਾਂ ਫਿਰ ਸਮਾਜ ਜਿਹੜਾ ਆ, ਬਾਬਾ ਸਾਹਿਬ ਨੇ ਵੀ ਕਿਹਾ ਸੀ ਤਰੱਕੀ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਵਧੀਆ ਤੁਸੀਂ ਸੰਵਿਧਾਨ ਲਿਖ ਕੇ ਦੇ ਦਿੱਤਾ, ਪਰ ਜੇ ਉਹਨੂੰ ਚਲਾਉਣ ਵਾਲੇ ਬੰਦੇ ਵਧੀਆ ਨਹੀਂ ਹੈਗੇ ਨਾ, ਤਾਂ ਫਿਰ ਉਹ ਚੀਜ਼ ਖਰੀ ਨਹੀਂ ਉਤਰ ਸਕਦੀ। ਇਸ ਕਰਕੇ ਬਾਬਾ ਸਾਹਿਬ ਦੀ ਵਿਚਾਰਧਾਰਾ ਹੀ ਹੈ ਜਿਹੜੀ ਦੇਸ਼ ਨੂੰ ਇਸ ਵੇਲੇ ਬਚਾ ਸਕਦੀ ਆ, ਔਰ ਇਹਨੂੰ ਹੀ ਘਰ ਘਰ ਪਹੁੰਚਾਉਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਕਾਂਚੀ ਟੀਵੀ ਨਾਲ ਗੱਲ ਕਰਨ ਲਈ। ਤੁਹਾਡੇ ਵੀ ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਸੋ ਅਸ਼ੋਕ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਮੌਕਾ ਦਿੱਤਾ ਸਾਡੀ ਸੰਸਥਾ ਨੂੰ ਰਿਪਰੈਜ਼ੈਂਟ ਕਰਨ ਦਾ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਇਹ ਜਿਹੜੇ ਨੌਜਵਾਨ ਆ ਮੇਲੀ ਪਿੰਡ ਦੇ, ਉਹਨਾਂ ਵੱਲੋਂ ਜਿਹੜੀ ਸੰਸਥਾ ਬਣਾਈ ਗਈ ਹੈ। ਦਰਸ਼ਕਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਜੇ ਕੋਈ ਕਿਸੇ ਵੀ ਪਿੰਡ ਵਿੱਚ, ਕਿਉਂਕਿ ਆਪਾਂ ਦੇਖਦੇ ਹਾਂ, ਮੈਂ ਖਾਸ ਕਰ ਦੁਆਬੇ ਦੀ ਗੱਲ ਕਰਾਂ ਕਿ ਆਪਣੇ NRI ਵੀਰ ਕਾਫੀ ਜਿਹੜੇ ਬਾਹਰ ਵਧੀਆ ਰਹਿ ਰਹੇ ਆ, ਜਿਹੜਾ ਆਰਥਿਕ ਸਥਿਤੀ ਉਹਨਾਂ ਦੀ ਉਹ ਵੀ ਕਾਫੀ ਵਧੀਆ। ਸੋ ਅਜਿਹੀਆਂ ਸੰਸਥਾ ਨੂੰ, ਚਾਹੇ ਆਪਾਂ ਇਹ ਨਹੀਂ ਦੇਖਣਾ ਕਿ ਆਪਣਾ ਪਿੰਡ ਆ ਜਾਂ ਪਿੰਡ ਨਹੀਂ ਹੈਗਾ, ਲੋੜ ਆ ਅਜਿਹੀਆਂ ਸੰਸਥਾਵਾਂ ਦਾ ਇਹ ਜਿਹੜੀ ਸਹਾਇਤਾ ਕਰਨ ਦੀ, ਤਾਂ ਜੋ ਇਹਨਾਂ ਨੂੰ ਹੋਰ ਉਤਸ਼ਾਹ ਮਿਲੇ। ਇਹ ਨਾ ਹੋ ਜਾਵੇ ਕਿਤੇ ਕਿ ਆਰਥਿਕ ਪੱਖੋਂ ਜਾਂ ਕੋਈ ਹੋਰ ਪੱਖ ਜਿਹੜਾ ਇਹਨਾਂ ਤੇ ਭਾਰੀ ਪੈ ਜਾਵੇ ਤੇ ਅਜਿਹੇ ਕੰਮ ਜਿਹੜੇ ਬੰਦ ਹੋ ਜਾਣ, ਕਿਉਂਕਿ ਸਮੇਂ ਦੀ ਲੋੜ ਆ, ਤਾਂ ਹੀ ਆਪਣਾ ਜਿਹੜਾ ਭਵਿੱਖ ਹੈ ਉਹ ਵਧੀਆ ਹੋ ਸਕਦਾ। ਕਿਉਂਕਿ ਸਾਡੇ ਰਹਿਬਰਾਂ ਦਾ ਜਨਮ ਦਿਹਾੜਾ ਆਉਂਦਾ, ਆਪਾਂ ਉਹਨਾਂ ਨੂੰ ਮਨਾਉਂਦੇ ਆ, ਪਰ ਉਹ ਮਨਾਉਣ ਤੋਂ ਬਾਅਦ ਆਪਾਂ ਕਿਤੇ ਨਾ ਕਿਤੇ ਸਾਰਾ ਕੁਝ ਭੁੱਲ ਕੇ ਬਹਿਦੇ, ਅਗਲੇ ਸਾਲ ਫੇਰ ਆਉਂਦੇ ਆ, ਉਦੋਂ ਚਾਰ ਗੱਲਾਂ ਕਰ ਲੈਂਦੇ ਆ। ਪਰ ਲੋੜ ਆ ਉਸ ਜਿਹੜਾ ਉਹਨਾਂ ਦੀ ਵਿਚਾਰਧਾਰਾ ਉਹਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣ ਦੀ, ਤਾਂ ਜੋ ਆਪਣਾ ਅਤੇ ਆਪਣੇ ਸਮਾਜ ਦਾ ਪਰਿਵਰਤਨ ਹੋ ਸਕੇ। ਸੋ ਮੈਨੂੰ SK ਬੈਂਸ ਅਤੇ ਕੈਮਰਾਮੈਨ ਮਨੀ ਹੀਰਨ ਦਿਓ ਇਜਾਜ਼ਤ। ਧੰਨਵਾਦ।